वाहिगुरू जी का खालसा वाहिगुरू जी की फतेह। आप सब जानते हो कि संगत टैलीविजन संगतां वल्लों संगतां लई चलाया जाता है और जिहड़ी भी गल संगतां दे हित दी होवे, पंथ दे हित दी होवे, पंजाब दे हित दी होवे और सारे संसार लई सरबत दे भले वाली होवे, वो संगत टैलीविजन ते उचेच दे के कीती जाती है। और जिहड़ी गल आप दे लई जाननी जरूरी होवे वो भी गल संगत टैलीविजन ते उचेच दे के कीती जाती है। और ये भी आपां सारे जानते हैं कि संगत टैलीविजन की शुरुआत श्री अकाल तख्त साहब के उत्ते अखंड पाठ करवा के अरदास करके शुरू की गई सी। और पहला टैलीविजन है जिहड़ा किसी एक व्यक्ति का नहीं, किसी एक संस्था का नहीं, किसी संप्रदाय का नहीं, किसी एक शख्सियत का भी नहीं, ये संगत दे विचों ट्रस्टी चुन के नुमाइंदगी करते हैं, संगतां की नुमाइंदगी करते हैं। और अकाल तख्त साहब तो ऊट आसरा लैके टैलीविजन शुरू किया गया सी। और साडे चंगे भाग ने कि अकाल तख्त साहब के जथेदार सिंह साहब ज्ञानी हरप्रीत सिंह जी, जिन्हां कोल नाल अकाल तख्त के विश्व कार्यकारी जथेदार के तौर पर काम कर रहे हैं, पर उन्हां कोल तख्त दमदमा साहब की भी जथेदारी सिंह साहब भी उत्थे दी भी उन्हां कोल है और लंबे अरसे तो इस सेवा दे विच ने। और मैं सोचदा बहुत वड्डी गल है कि दो जिहड़े साडे पंजां तख्तां दे विचों दो प्रमुख तख्त ने, उन्हां दी सेवादारी करन दा किसी एक व्यक्ति नूं, किसी एक शख्सियत में माण महसूस होया। तो शख्सियत अज इंग्लैंड की धरती ते साडे कोल आके बैठी है, उन्हां दी आमद नूं जी आखदे आ, फतेह सांझी करदे आ जी। वाहिगुरू जी का खालसा वाहिगुरू जी की फतेह। सिंह साहब जी, तुहाडा इंग्लैंड आउण ते बहुत बहुत स्वागत, जी आयां नूं। पर जिੱਥੋਂ ਤੁਸੀਂ आए ਪਹਿਲਾਂ ਗੱਲ ਆਪਾਂ ਉੱਥੋਂ ਦੀ ਕਰਦੇ ਹਾਂ। ਪੰਜਾਬ ਦੇ ਹਾਲਾਤ बड़े विस्फोटक ਜਿਹਾ नज़र आते ਇੱਥੋਂ ਜਦੋਂ ਅਸੀਂ ਬਾਹਰੋਂ ਦੇਖਦੇ ਹਾਂ, ਵਲੈਤ ਤੋਂ ਬੈਠ ਕੇ ਦੇਖਦੇ ਹਾਂ। ਕਿਸਾਨਾਂ ਦਾ ਮੋਰਚਾ ਲੱਗਾ ਹੋਇਆ, 2022 ਆ ਰਿਹਾ, ਇਲੈਕਸ਼ਨਾਂ ਦੀਆਂ ਤਿਆਰੀਆਂ ਹੋ ਰਹੀਆਂ ਆ। ਔਰ ਪੰਜਾਬ ਦੇ ਵਿੱਚ ਜਥੇਬੰਦੀਆਂ ਸਿਆਸੀ ਪਾਰਟੀ ਦੇ ਆਪਸੀ ਵੰਡੀਆਂ ਹੁੰਦੀਆਂ ਸੀਗੀਆਂ, ਉੱਥੇ ਕਿਸਾਨ ਵੀ ਇੱਕ ਦੂਜੇ ਦੇ ਵਿਰੋਧ 'ਚ ਖੜੇ ਹੋਏ ਆ। ਦਿੱਲੀ ਸਰਕਾਰ ਅਜੇ ਤੱਕ ਕੋਈ ਗੱਲ ਸੁਣ ਨਹੀਂ ਰਹੀ। और दूजे बन्ने पंजाब की विस्फोटक हालात मैं तां कहना कि पंजाब की धरती के उत्ते बहुत सारे लोग क्रिश्चियन बनते जा रहे हैं, बहुत सारे मदरसे खुल रहे हैं, इस्लाम का प्रचार हो रहा है, जिहड़े एक तरह के भारतीय सभ्यता तो बाहरले धर्म तो ने। इहदा खतरा सारिया चीज़ों का सिख महसूस करते हैं। बाहर बैठे सिख कोई ज़्यादा महसूस करते क्योंकि दूर बैठे आ। ये सारिया गल्लां दे बारे की कहना चाहोगे? देखो, पंजाब दे विच काफ़ी आने वाले समय दे विच बहुत कोई चंगे नहीं लगते जी कि होणगे। 2011 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ जी, ਉਹਦੇ ਵਿੱਚ 56-57% ਸਿੱਖ ਆਬਾਦੀ ਜਿਹੜੀ ਹੈ ਉਹ ਮਾਰਕ ਹੋਈ ਸੀ जी। ਤੇ ਮੈਨੂੰ ਲੱਗਦਾ ਕਿ 2021 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਣੀ ਹੈ, ਜਿਹੜੀ ਕੋਵਿਡ ਕਰਕੇ ਰੁਕੀ ਹੋਈ ਹੈ, ਇਹਦੇ ਵਿੱਚ ਸਾਡੀ ਗਿਣਤੀ ਜਿਹੜੀ ਹੈ ਉਹ 50, 51 ਜਾਂ 49 ਵੀ ਰਹਿ ਸਕਦੀ, 4-5% ਘਟੇਗੀ, ਵੱਧਦੀ ਨਹੀਂ ਜੀ। ਇਹ ਹਰ ਵਾਰੀ ਹਰ ਦਹਾਕੇ ਬਾਅਦ ਇੱਦਾਂ ਹੋ ਰਿਹਾ ਹੈ। ਤੇ 10 ਸਾਲਾਂ ਬਾਅਦ ਸਾਡੀ ਗਿਣਤੀ ਜਿਹੜੀ ਹੈ ਮਤਲਬ 45% ਵੀ ਹੋ ਸਕਦੀ ਹੈ ਜੀ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਵਰਗ ਹੈ ਉਹ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਮੁਲਕਾਂ ਨੂੰ ਪਲਾਇਨ ਕਰ ਰਿਹਾ ਹੈ ਜੀ। ਚਲੋ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਜੀ, ਕਿਉਂਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਜਿਹੜੇ ਆ ਪ੍ਰੋਪਰ ਮਾਹੌਲ ਮੌਕੇ ਜਿਹੜੇ ਨਹੀਂ ਮਿਲਦੇ ਜੀ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਇੰਡਸਟਰੀ ਜਿਹੜੀ ਹੈ ਬਿਲਕੁਲ ਨਾਮਾਤਰ ਹੈ ਜੀ। ਤੇ ਹੁਣ ਜਿਹੜਾ ਸੰਕਟ ਕਿਸਾਨ ਮੋਰਚੇ ਕਾਰਨ ਅਸੀਂ ਦੇਖ ਰਹੇ ਹਾਂ, ਇੰਡਸਟਰੀ ਜਿਹੜੀ ਹੈ ਉਹ ਬਾਹਰ ਜਾ ਰਹੀ ਹੈ ਜੀ। ਤੇ ਰੁਜ਼ਗਾਰ ਦੇ ਮੌਕੇ ਜਿਹੜੇ ਉੱਥੇ ਕੋਈ ਨਜ਼ਰ ਨਹੀਂ ਆਉਂਦੇ, ਜਿਹਦੇ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਾਹਰ ਜਿਹੜਾ ਉਹ ਮਾਈਗ੍ਰੇਟ ਹੋਣਾ ਪੈ ਰਿਹਾ ਜੀ। ਪਰ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਅਸੀਂ ਆਉਣ ਵਾਲੇ 10 ਸਾਲਾਂ ਨੂੰ ਪੰਜਾਬ ਦੇ ਵਿੱਚ ਮਾਈਨੋਰਟੀ ਦੇ ਵਿੱਚ ਹੋ ਜਾਵਾਂਗੇ ਜੀ। ਸਾਡੀ ਸਿਆਸੀ ਹੋਂਦ, ਧਾਰਮਿਕ ਹੋਂਦ, ਸਮਾਜਿਕ ਹੋਂਦ
ਡੈਮੋਕ੍ਰੇਸੀ ਦੇ ਵਿੱਚ ਸਾਡੀ ਗਿਣਤੀ ਦੇ ਉੱਤੇ ਹੀ ਜੀ ਨਿਰਭਰ ਹੈ। ਜੀ ਜੇ ਸਾਡੀ ਗਿਣਤੀ ਹੈ ਤੇ ਅਸੀਂ ਹਰ ਖੇਤਰ 'ਚ ਹੀ ਮਜ਼ਬੂਤ ਹਾਂ, ਤੇ ਜੇ ਸਾਡੀ ਗਿਣਤੀ ਨਹੀਂ ਹੈ ਤੇ ਅਸੀਂ ਹਰ ਖੇਤਰ ਦੇ ਵਿੱਚ ਹੀ ਕਮਜ਼ੋਰ ਹਾਂ। ਜੀ ਵੈਸੇ ਗੁਰੂ ਸਾਹਿਬਾਨਾਂ ਨੇ ਕੁਆਂਟੀਟੀ ਨੂੰ ਪਹਿਲ ਦਿੱਤੀ ਹੈ, ਕੁਆਲਿਟੀ ਨੂੰ ਪਹਿਲ ਨਹੀਂ ਦਿੱਤੀ। ਜੀ ਪਰ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਕੁਆਂਟੀਟੀ ਦੀ ਅਹਿਮੀਅਤ ਘੱਟ ਹੈ, ਕੁਆਲਿਟੀ ਦੀ ਜ਼ਿਆਦਾ, ਸੌਰੀ, ਕੁਆਲਿਟੀ ਦੀ ਅਹਿਮੀਅਤ ਘੱਟ ਹੈ, ਕੁਆਂਟੀਟੀ ਦੀ ਜ਼ਿਆਦਾ। ਵਿਦਵਾਨ ਦੀ ਵੀ ਉਹ ਇੱਕ ਵੋਟ ਆ, ਮੂਰਖ ਦੀ ਵੀ ਇੱਕ ਵੋਟ ਆ। ਹਾਂਜੀ, ਮਤਲਬ ਸੜਕ ਤੇ ਚੱਲਦੇ ਫਿਰਦੇ ਇੱਕ ਪਾਗਲ ਵਿਅਕਤੀ ਦੀ ਵੋਟ ਦੀ ਕੀਮਤ ਵੀ ਉਨੀ ਹੈ, ਤੇ ਇੱਕ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੀ ਵੋਟ ਦੀ ਕੀਮਤ ਵੀ ਉਨੀ ਹੈ। ਜੀ ਇਸ ਕਰਕੇ ਸਾਡੇ ਲਈ ਇਹ ਬੜਾ ਚਿੰਤਾ ਦਾ ਵਿਸ਼ਾ ਹੈ। ਖੇਤੀ ਪ੍ਰਧਾਨ ਸੂਬਾ ਹੈ, ਤੇ ਖੇਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜ਼ਿਆਦਾ ਸਿੱਖਾਂ ਕੋਲ ਹੀ ਹੈ। ਜੀ ਮੰਨ ਕੇ ਚੱਲੋ ਕਿ 99% ਖੇਤੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਸਿੱਖ ਕਿਸਾਨਾਂ ਕੋਲ ਹੀ ਹੈ। ਜੀ ਇਹੋ ਹੀ ਕਾਰਨ ਹੈ ਕਿ ਅੰਦੋਲਨ ਭਾਵੇਂ ਕਿਸਾਨੀ ਮਸਲਿਆਂ ਨੂੰ ਲੈ ਕੇ ਲੱਗਿਆ, ਤੇ ਸਾਡੇ ਸਿੱਖ ਜਿਹੜੇ ਪੰਜਾਬ ਦੇ ਕਿਸਾਨ ਹੈ ਜਾਂ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਹੈ ਸਿੱਖ, ਉਹ ਇਨਵੋਲਵ ਹੈ, ਜ਼ਿਆਦਾ ਇਨਵੋਲਵ ਹੈ। ਜੀ ਜ਼ਿਆਦਾ ਉੱਤਰਾਖੰਡ ਵੀ ਇਨਵੋਲਵ ਹੈ, ਕਿਉਂਕਿ ਸਾਡੇ ਸਿੱਖ ਹੈ ਹੀ ਕਿਸਾਨ ਜ਼ਿਆਦਾ। ਜੀ ਦਲਿਤ ਭਾਈਚਾਰੇ ਦੇ ਵਿੱਚੋਂ ਵੀ ਸਾਡੇ ਸਿੱਖ ਹੈ, ਮਜ਼ਦੂਰ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ, ਜੀ ਵਪਾਰੀ ਵੀ ਸਾਡੇ ਸਿੱਖ ਹੈ। ਜੀ ਪਰ ਉਹਨਾਂ ਦੀ ਗਿਣਤੀ ਜਿਹੜੀ ਹੈ ਵਪਾਰੀਆਂ ਦੀ ਬਿਲਕੁਲ ਨਾਮਾਤਰ ਹੈ। ਕਿਸਾਨ ਮਜ਼ਦੂਰਾਂ ਦੀ ਗਿਣਤੀ ਜਿਹੜੀ ਹੈ ਉਹ ਜ਼ਿਆਦਾ ਹੈ। ਜੀ ਤੇ ਉਹ ਵੀ ਇੱਕ ਸੰਕਟ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦਿਸ ਰਿਹਾ ਹੈ। ਜੀ ਕਿਉਂਕਿ ਦੁਨੀਆ ਭਰ ਦੇ ਵਿੱਚ ਜਿਹੜਾ ਮਾਡਲ ਅਪਣਾਇਆ ਜਾ ਰਿਹਾ ਜਾਂ ਅਪਣਾਇਆ ਜਾ ਚੁੱਕਿਆ ਹੈ, ਉਹਦੇ ਵਿੱਚ ਕਾਰਪੋਰੇਟ ਜਗਤ ਕੋਲ ਤਾਕਤ ਬਹੁਤ ਜ਼ਿਆਦਾ ਹੈ। ਜੀ ਔਰ ਭਾਰਤ ਦੇ ਵਿੱਚ ਵੀ ਕਾਰਪੋਰੇਟ ਜਗਤ ਕੋਲ ਬਹੁਤ ਪਾਵਰ ਹੈ। ਜੀ ਭਾਵੇਂ ਸਾਹਮਣੇ ਦਿਸਦਾ ਨਹੀਂ ਹੈ, ਲੇਕਿਨ ਕਾਰਪੋਰੇਟ ਜਗਤ ਜਿਹੜਾ ਉਹ ਸਰਕਾਰਾਂ ਬਣਾਉਂਦਾ ਵੀ ਹੈ, ਉਹੀ ਸਰਕਾਰਾਂ ਢਾਉਂਦਾ ਵੀ ਹੈ। ਕੋਈ ਸ਼ੱਕ ਨਹੀਂ ਜੀ। ਤੇ ਫਰਮਾ ਤੇ ਫੂਡ, ਇਹ ਦੋ ਇੰਡਸਟਰੀ ਜਿਹੜੇ ਐਸੇ ਨੇ ਜਿਹਦੇ ਵਿੱਚ ਪ੍ਰੋਫਿਟ ਹੀ ਪ੍ਰੋਫਿਟ ਹੈ। ਤੇ ਕਾਰਪੋਰੇਟ ਦੀ ਨਜ਼ਰ ਦੇ ਵਿੱਚ ਇਹ ਦੋਨੇ ਜਿਹੜੇ ਹੈ ਬਿਜ਼ਨਸ ਉਹ ਆ ਚੁੱਕੇ ਹੈ। ਜੀ ਔਰ ਇਹਨਾਂ ਫਰਮਾ ਤਾਂ ਉਹ ਤਕਰੀਬਨ ਕਾਰਪੋਰੇਟ ਅਦਾਰਿਆਂ ਕੋਲ ਚਲਾ ਹੀ ਗਿਆ। ਜੀ ਤੇ ਫੂਡ ਬਿਜ਼ਨਸ ਜਿਹੜਾ ਹੈਗਾ ਉਹ ਵੀ ਕਾਰਪੋਰੇਟ ਅਦਾਰਿਆਂ ਕੋਲੇ ਜਾਣ ਦੇ ਆਸਾਰ ਜਿਹੜੇ ਹੈ, ਜਿਹੜੇ ਖੇਤੀ ਬਿੱਲ ਬਣੇ ਆ ਉਹਦੇ ਜੇ ਕਾਨੂੰਨ ਲਾਗੂ ਹੋ ਗਿਆ ਤੇ ਫਿਰ ਉਹਨਾਂ ਕੋਲ ਚਲੇ ਜਾਣਾ, ਚਲੇ ਜਾਏਗਾ। ਜੀ ਹਾਂਜੀ। ਇੱਕ ਸਿਸਟਮ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ, ਜ਼ਗੀਰਦਾਰ ਸਿਸਟਮ। ਜੀ ਕਿਸਾਨ ਮਾਲਕ ਨਹੀਂ ਸੀ ਹੁੰਦੇ ਜ਼ਮੀਨਾਂ ਦੇ, ਮੁਗਲ ਕਾਲ ਸੀ ਜਾਂ ਮੁਗਲ ਦੌਰ ਸੀ ਜਿਹੜਾ, ਉਹਦੇ ਵਿੱਚ ਕਿਸਾਨ ਮਾਲਕ ਨਹੀਂ ਸੀ ਹੁੰਦੇ ਜ਼ਮੀਨਾਂ ਦੇ, ਜ਼ਮੀਨਾਂ ਦੇ ਮਾਲਕ ਜ਼ਗੀਰਦਾਰ ਹੁੰਦੇ ਸੀ। ਜੀ ਤੇ ਕਿਸਾਨ ਜਿਹੜੇ ਆ ਉਹ ਮੁਜ਼ਾਰੇ ਹੁੰਦੇ ਸੀ, ਕੰਮ ਕਰਦੇ ਸੀ, ਤੇ ਉਹਨਾਂ ਨੂੰ ਫਸਲ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ ਉਹਦੇ ਗੁਜ਼ਾਰੇ ਵਾਸਤੇ। ਜੀ ਚੌਥਾ ਹਿੱਸਾ ਜਾਂ ਪੰਜਵਾਂ ਹਿੱਸਾ। ਜੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਸਿਸਟਮ ਨੂੰ ਤੋੜਿਆ ਸੀ। ਜਿਹੜੀ ਬੰਦਾ ਬਹਾਦਰ ਦਾ ਬੜਾ ਉਹਨਾਂ ਦਾ ਜਿਹੜਾ ਕਾਰਜਕਾਲ ਸੀ ਹਕੂਮਤ ਦਾ ਉਹ ਬਹੁਤ ਥੋੜਾ ਸੀ, 6.5 ਸਾਲ ਦਾ। ਜਾਂ ਪਰ ਉਹਨਾਂ ਦਾ ਨਾਰਾ ਬੜਾ ਬੁਲੰਦ ਸੀ, ਇੱਕ ਕਿ ਜ਼ਮੀਨ ਭਗਵਾਨ ਦੀ ਤੇ ਮਿਹਨਤ ਕਿਸਾਨ ਦੀ, ਤੇ ਅਨਾਜ ਵੀ ਫਿਰ ਸਾਰੀ ਦੁਨੀਆ ਦਾ ਹੋਇਆ। ਹਾਂਜੀ। ਤੇ ਉਹ ਪਹਿਲਾ ਇੱਕ ਮਹਾਨ ਸੂਰਵੀਰ ਸਾਡਾ ਯੋਧਾ ਸੀ ਜਿਹਨੇ ਜਿਹੜੇ ਕਿਸਾਨ ਜਿਹੜੀ ਜ਼ਮੀਨ ਤੇ ਖੇਤੀ ਕਰਦੇ ਸੀ ਉਹਨਾਂ ਨੂੰ ਮਾਲਕਾਨਾ ਅਧਿਕਾਰ ਦਿੱਤੇ ਸੀ। ਜੀ ਹੁਣ ਮੁਗਲ ਦੌਰ ਦੇ ਵਿੱਚ ਜਿਹੜਾ ਕੁਝ ਹੁੰਦਾ ਸੀ ਕਿ ਜ਼ਗੀਰਦਾਰ ਜ਼ਮੀਨ ਦਾ ਮਾਲਕ ਹੈ, ਕਿਸਾਨ ਜਿਹੜੇ ਆ ਐਜ਼ ਮੁਜ਼ਾਰੇ ਕੰਮ ਕਰਦੇ ਆ, ਤੇ ਉਹੀ ਸਿਸਟਮ ਨੂੰ ਦੁਬਾਰਾ ਜਿਹੜਾ ਹੈ ਉਹ ਲਾਗੂ ਕਰਨ ਦਾ ਯਤਨ ਚੱਲ ਰਿਹਾ ਜੀ ਕਿ ਜ਼ਮੀਨਾਂ ਦੇ ਮਾਲਕ ਕਾਰਪੋਰੇਟ ਅਦਾਰੇ ਹੋਣਗੇ, ਕਿਸਾਨ ਜਿਹੜੇ ਆ ਉੱਥੇ ਬੰਧੂਆ ਮਜ਼ਦੂਰਾਂ ਵਾਂਗੂ ਕੰਮ ਕਰੇਗਾ। ਪਹਿਲਾਂ ਉਹਨੂੰ ਥੋੜੀ ਜ਼ਿਆਦਾ ਉਜਰਤ ਦਿੱਤੀ ਜਾਊਗੀ, ਹੌਲੀ ਹੌਲੀ ਉਜਰਤ ਘਟਾਈ ਜਾਊਗੀ। ਜੀ ਇਹੋ ਹੀ ਸ਼ੰਕਾ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਇਹ ਹੋਇਆ ਹੈ। ਬਿਲਕੁਲ ਇਹ ਸ਼ੰਕਾ ਹੈਗਾ। ਕੀ ਇਹ ਪੋਸੀਬਲ ਹੈਗਾ ਕਿ ਜ਼ਮੀਨ ਕਿਸਾਨਾਂ ਤੋਂ ਕਿਸ ਤਰ੍ਹਾਂ ਲੈ ਲਈ ਜਾਵੇ? ਦੇਖੋ ਗੱਲ ਇਹ ਹੈ ਜੀ, ਅੱਜ ਵੀ ਜੇ ਕੋਈ ਕਾਰਪੋਰੇਟ ਅਦਾਰਾ ਕਿਸੇ ਪਿੰਡ ਦੇ ਵਿੱਚ ਜਾ ਕੇ ਇਹ ਕਹਿ ਦੇ ਕਿ ਮੈਂ ਇਸ ਪਿੰਡ ਦੀ ਜ਼ਮੀਨ 1 ਲੱਖ ਪ੍ਰਤੀ ਏਕੜ ਠੇਕੇ ਤੇ ਲੈਣ ਨੂੰ ਤਿਆਰ ਹਾਂ, ਤੇ 80% ਪਿੰਡ ਵਾਲੇ ਦੇ ਦੇਣਗੇ ਵੀ 1 ਲੱਖ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਹੈ। ਠੀਕ, ਸਹੀ ਗੱਲ ਹੈ। ਤੇ ਜਦੋਂ ਸਾਰੇ ਪੰਜਾਬ ਦੀ ਜ਼ਮੀਨ ਉਹਨਾਂ ਕੋਲ ਆ ਗਈ ਤੇ ਉਹਨਾਂ ਨੇ ਮੁੜ ਕੇ ਯਕਦਮ 25,000 ਕਰਤੀ, ਤੇ ਫਿਰ ਕੀ ਕਰਨਗੇ? ਠੀਕ ਹੈ। ਉਦੋਂ ਨੂੰ ਕੰਮ ਛੱਡ ਚੁੱਕੇ ਹੋਵਾਂਗੇ, ਸੰਦ ਵੇਚ ਚੁੱਕੇ ਹੋਵਾਂਗੇ, ਅਵੇਸਲੇ ਹੋ ਚੁੱਕੇ ਹੋਵਾਂਗੇ, ਫਿਰ ਸਾਡੇ ਕੋਲ ਕੋਈ ਚਾਰਾ ਨਹੀਂ ਰਹਿਣਾ ਜੀ। ਜੀ ਸੰਭਾਵਨਾਵਾਂ ਹੈਗੀਆਂ ਨੇ। ਨਾਲੇ ਵਿਦੇਸ਼ਾਂ ਦੇ ਵਿੱਚ ਜਿੱਥੇ ਇਸ ਤਰ੍ਹਾਂ ਕਾਰਪੋਰੇਟ ਜਗਤ ਕੋਲੇ ਜਿਹੜਾ ਫੂਡ ਬਿਜ਼ਨਸ ਹੈਗਾ ਉੱਥੇ ਹੀ ਕੁਝ ਹੋਇਆ ਜੀ। ਜੀ ਤਾਂ ਇਹ ਪੰਜਾਬ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਹਨ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਮੱਸਿਆਵਾਂ ਦੇ ਵਧਣ ਦੇ ਵੀ ਆਸਾਰ ਜਿਹੜੇ ਆ
ਉਹ ਸਾਨੂੰ ਲੱਗਦੇ ਔਰ ਸਾਡੇ ਸਿੱਖਾਂ ਵਾਸਤੇ ਬਹੁਤ ਚਿੰਤਾ ਵਾਲੀ ਗੱਲ ਹੈ ਜੀ। 47 ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡੇ ਗੁਰਧਾਮ ਰਹਿ ਗਏ, ਉਹ ਸਾਡੇ ਤੋਂ ਦੂਰ ਹੋਏ। ਬੰਗਲਾਦੇਸ਼ ਦੇ ਗੁਰਦੁਆਰੇ ਇਤਿਹਾਸਕ ਸਾਨੂੰ ਛੱਡਣੇ ਪਏ। ਹੁਣ ਅਫਗਾਨਿਸਤਾਨ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਖਾਸ ਤੌਰ 'ਤੇ ਇਤਿਹਾਸਕ ਹੈ ਜੀ, ਅਤੇ ਉਹਨਾਂ ਦੀ ਸੇਵਾ ਸੰਭਾਲ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਅਫਗਾਨ ਸਿੱਖ ਜਿਹੜੇ ਨੇ ਉਹ ਪਲਾਇਨ ਕਰ ਰਹੇ ਨੇ। ਅਤੇ ਜੇ ਅਸੀਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਿਨੋਰਟੀ ਦੇ ਵਿੱਚ ਆਉਂਦੇ ਗਏ ਅਤੇ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਇਤਿਹਾਸਕ ਸਥਾਨ ਹੈ, ਜਿਹੜੇ ਅਸੀਂ ਵੱਡੇ ਵੱਡੇ ਸ਼ਾਨਦਾਰ ਗੁਰਦੁਆਰਾ ਸਾਹਿਬਾਨ ਬਣਾਏ ਹੈ ਜੀ, ਅਤੇ ਇਹਨਾਂ ਦੀ ਸੇਵਾ ਸੰਭਾਲ ਜਿਹੜੀ ਹੈ ਇਹ ਵੀ ਇੱਕ ਵੱਡੀ ਸਾਡੇ ਸਾਹਮਣੇ ਸਮੱਸਿਆ ਵਾ, ਆਉਣ ਵਾਲੇ ਸਮੇਂ 'ਚ ਪੈਦਾ ਹੋਊਗੀ ਜੀ। ਅਤੇ ਕੁਝ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਜਿਹੜਾ ਹੈ ਉਹ ਸਾਡੇ ਚਿੰਤਕਾਂ ਨੂੰ ਕਰਨਾ ਚਾਹੀਦਾ ਜੀ। ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ, ਇਹਨਾਂ ਦਾ ਹੱਲ ਸੋਚਣ ਸਮਝਣ ਜਾਂ ਇਹਨਾਂ ਦੇ ਸਮੱਸਿਆਵਾਂ ਦੇ ਉੱਤੇ ਚਿੰਤਨ ਕਰਨ ਦੀ ਬਜਾਏ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ, ਆਪਸ ਦੇ ਵਿੱਚ ਹੀ ਉਲਝੇ ਹੋਏ ਹਾਂ ਜੀ। ਹਰ ਧੜਾ ਚਾਹੁੰਦਾ ਹੈ ਕਿ ਸਿੱਖੀ ਦਾ ਬੋਲਬਾਲਾ ਹੋਵੇ ਲੇਕਿਨ ਮੇਰੇ ਰਾਹੀਂ ਹੋਵੇ ਜੀ, ਪੰਥ ਦੀ ਚੜ੍ਹਦੀ ਕਲਾ ਹੋਵੇ ਲੇਕਿਨ ਮੇਰੇ ਰਾਹੀਂ ਹੋਵੇ। ਜੇ ਦੂਜੇ ਰਾਹੀਂ ਹੁੰਦੀ ਹੈ ਤੇ ਬਰਦਾਸ਼ਤ ਨਹੀਂ ਹੁੰਦੀ ਗੱਲ ਜੀ। ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਡੈਮੇਜ ਕਰ ਰਹੀਆਂ ਨੇ ਜੀ। ਖਿਆਲ ਨਹੀਂ ਮਿਲਦੇ ਉਹ ਵੱਖਰਾ ਵਿਸ਼ਾ ਹੈ, ਪਰ ਜਿੱਥੇ ਸਾਡੇ ਖਿਆਲ ਮਿਲਦੇ ਹੈ ਘੱਟੋ ਘੱਟ ਅਸੀਂ ਉਹਨਾਂ ਉੱਤੇ ਤਾਂ ਇੱਕ ਮਤ ਇੱਕ ਰਾਏ ਬਣਾ ਕੇ ਇਕੱਠੇ ਹੋ ਕੇ ਅਸੀਂ ਉਹਨਾਂ ਲਈ ਤਾਂ ਕੰਮ ਕਰ ਸਕਦੇ ਹਾਂ ਨਾ ਜੀ। ਲੇਕਿਨ ਇਹ ਕੁਝ ਹੋ ਨਹੀਂ ਰਿਹਾ ਜੀ। ਦੂਰੀਆਂ ਘਟਣ ਦੀ ਬਜਾਏ ਦੂਰੀਆਂ ਵੱਧ ਰਹੀਆਂ ਨੇ ਜੀ। ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ, ਗੱਲਬਾਤ ਕਰਨ ਦੀ ਬਜਾਏ ਅਸੀਂ ਮਤਲਬ ਆਪਣੀ ਵਿਚਾਰ ਨੂੰ, ਆਪਣੀ ਸੋਚ ਨੂੰ, ਆਪਣੇ ਖਿਆਲਾਂ ਨੂੰ ਜਿਹੜਾ ਉਹ ਵੱਡਾ ਸਮਝ ਕੇ ਤੇ ਦੂਸਰੇ ਦੇ ਖਿਆਲਾਂ ਦੇ ਉੱਤੇ ਪ੍ਰਭਾਵੀ ਬਣਾਉਣ ਦਾ ਯਤਨ ਕਰਦੇ। ਜਿਹੜੀ ਪੰਜਾਬ ਦੀ ਕਨਵਰਸ਼ਨ ਹੋ ਰਹੀ ਆ, ਕ੍ਰਿਸਚਨ ਦਾ ਬੜਾ ਜ਼ਿਕਰ ਚੱਲ ਰਿਹਾ ਅੱਜ ਕੱਲ੍ਹ ਚਰਚ ਗੁਰਦਾਸਪੁਰ ਦੇ ਵਿੱਚ, ਖਾਸ ਕਰਕੇ ਕਪੂਰਥਲੇ 'ਚ ਪਿੰਡ ਖੋਜੇਵਾਲ ਦੇ ਵਿੱਚ ਇੱਕ ਪਿੰਡ ਖਾਂਬਰਾ ਸਾਡਾ ਇਲਾਕਾ ਆ। ਦੋਨੇ ਸਾਡੇ ਇਲਾਕੇ ਨੇੜੇ ਨੇੜੇ ਪੈਂਦੇ, ਖੋਜੇਵਾਲ ਵੀ ਹੋ ਗਿਆ, ਪਿੰਡ ਖਾਂਬਰੇ ਵੀ ਹੋ ਗਿਆ। ਬਹੁਤ ਵੱਡੇ ਵੱਡੇ ਚਰਚਾਂ ਦੀ ਗੱਲ ਕਹਿੰਦੇ 10-10 ਹਜ਼ਾਰ ਦਾ ਇਕੱਠ ਹੁੰਦੇ ਉੱਥੇ ਸਾਰੇ। ਔਰ ਪੰਜਾਬ ਦੀ ਮੌਸਕ ਦੇ ਵਿੱਚ ਪਹਿਲਾਂ ਮੈਂ ਜਲੰਧਰ ਵਾਲੀ ਇਮਾਮ ਨਾਸਰ ਜਿਹੜੀ ਹੁੰਦੀ ਸੀ ਸਬਜ਼ੀ ਮੰਡੀ ਦੇ ਕੋਲ, ਅਸੀਂ ਆਉਂਦੇ ਹੁੰਦੇ ਸਬਜ਼ੀ ਮੰਡੀ, ਉੱਥੇ ਇੱਕ ਮੌਲਾਨਾ ਸਿਰਫ ਬੈਠਾ ਹੁੰਦਾ ਸੀਗਾ। ਹੁਣ ਉੱਥੇ ਜੁਮੇ ਦੀ ਨਮਾਜ਼ ਤੇ 5000 ਦਾ ਇਕੱਠ ਵੀ ਕਹਿੰਦੇ ਹੁੰਦਾ। ਇਹ ਜਿਹੜਾ ਇੱਦਾਂ ਹੋਣ ਲੱਗ ਪਿਆ ਆ, ਇਸ ਦੀ ਗਿਣਤੀ ਵਧੀ ਆ, ਸਿੱਖਾਂ ਦੀ ਗਿਣਤੀ ਘਟੀ ਆ ਤੇ ਇਹ ਗਿਣਤੀ ਵਧੀ, ਇਹ ਕਾਰਨ ਕੀ ਆ? ਪਹਿਲੀ ਗੱਲ ਤਾਂ ਇਹ ਕਿ ਜਦੋਂ ਅਸੀਂ ਜਗ੍ਹਾ ਖਾਲੀ ਕਰਾਂਗੇ ਤੇ ਉਹ ਜਗ੍ਹਾ ਭਰੇਗੀ ਜੀ। ਜਦੋਂ ਅਸੀਂ ਛੱਡਾਂਗੇ ਕਿਸੇ ਜਗ੍ਹਾ ਨੂੰ ਜੀ ਤਾਂ ਉਹ ਜਗ੍ਹਾ ਨੇ ਭਰਨਾ। ਬਿਲਕੁਲ, ਇਹ ਹਵਾਲਾ ਹੀ ਨਿਯਮ ਆ, ਉਹ ਵਾਵਰੋਲ ਆਏਗਾ ਫਿਰ। ਬਿਲਕੁਲ। ਪਿੰਡਾਂ ਦੇ ਵਿੱਚ ਹੁਣ ਦੁਆਬੇ ਦੇ ਵਿੱਚ, ਤੁਹਾਡੇ ਪਿੰਡਾਂ ਦੇ ਵਿੱਚ ਆਲੀਸ਼ਾਨ ਕੋਠੀਆਂ ਬਣੀਆਂ ਲੇਕਿਨ ਖਾਲੀ ਪਈਆਂ ਨੇ ਜੀ। ਜ਼ਮੀਨਾਂ, ਕਿਉਂਕਿ ਪਹਿਲਾਂ ਸਿੱਖ ਜਿਹੜੇ ਵਿਦੇਸ਼ਾਂ 'ਚ ਆਏ ਸੀ ਉਹਨਾਂ ਦਾ ਮਕਸਦ ਸੀ ਕਿ ਅਸੀਂ ਪੈਸਾ ਕਮਾਉਣਾ ਤੇ ਵਾਪਸ ਚਲੇ ਜਾਣਾ ਜੀ, ਲੇਕਿਨ ਹੁਣ ਉੱਥੇ ਪੱਕੇ ਵਸਨੀਕ ਬਣ ਗਏ ਨੇ। ਜਿਹੜੀ ਉਹਨਾਂ ਦੀ ਅਗਲੀ ਜਨਰੇਸ਼ਨ ਹੈ ਉਹ ਹੁਣ ਇੰਡੀਆ, ਹੁਣ ਉੱਥੇ ਜ਼ਮੀਨਾਂ ਵੇਚ ਕੇ ਪੈਸੇ ਇੱਧਰ ਆ ਰਹੇ। ਹੁਣ ਪਹਿਲਾਂ ਇੱਥੋਂ ਪੈਸਾ ਕਮਾ ਕੇ ਜ਼ਮੀਨਾਂ ਲੈਂਦੇ ਸੀ, ਹੁਣ ਉੱਥੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਜੀ। ਤੇ ਜੇ ਜ਼ਮੀਨਾਂ ਵਿਕਣੀਆਂ ਲਾਈਆਂ ਨੇ ਤੇ ਉਹਨਾਂ ਨੂੰ ਕੋਈ ਤਾਂ ਆ ਕੇ ਖਰੀਦੂਗਾ ਜੀ ਜੀ, ਤੇ ਉਹ ਖਰੀਦ ਰਹੇ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਈਸਾਈਅਤ ਦਾ ਬੋਲਬਾਲਾ ਜਾਂ ਈਸਾਈਅਤ ਦਾ ਪ੍ਰਭਾਵ ਜਿਹੜਾ ਵੱਧ ਰਿਹਾ, ਇਹ ਵੀ ਇੱਕ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ। ਇੱਕ ਅਜੀਤ ਅਖਬਾਰ ਦੇ ਬੜੇ ਪੱਤਰਕਾਰ ਸੀ, ਸੂਝਵਾਨ ਸਰਦਾਰ ਮੇਜਰ ਸਿੰਘ ਚੜ੍ਹਾਈ ਕਰਕੇ ਵਿਚਾਰੇ ਜੀ, ਉਹਨਾਂ ਨੇ 3 ਕਿਸ਼ਤਾਂ ਦੇ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜੀ। ਬਿਲਕੁਲ। ਤੇ ਉਹ ਮੇਰਾ ਖਿਆਲ ਵੀ ਸੀ ਕਿ ਅਸੀਂ ਉਸ ਰਿਪੋਰਟ ਨੂੰ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕਰਵਾ ਕੇ ਨਾ ਤੇ ਪਿੰਡਾਂ ਦੇ ਵਿੱਚ ਸਿੱਖਾਂ ਤਾਈਂ ਪਹੁੰਚਾਈਏ ਵੱਡੀ। ਉਹ ਬੜੀ ਉਹਨੇ ਇੱਕ ਰਿਸਰਚ ਕੀਤੀ ਸੀ ਕਿ ਇਹ ਜਿਹੜਾ ਈਸਾਈਅਤ ਦਾ ਜਿਹੜਾ ਬੋਲਬਾਲਾ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਰਿਹਾ ਹੈ, ਇਹ ਈਸਾਈਅਤ ਦਾ ਇੱਕ ਨਵਾਂ ਹੀ ਰੂਪ ਹੈ ਜੀ, ਜਿਹੜਾ ਸ਼ਾਇਦ ਈਸਾਈ ਸਿਧਾਂਤਾਂ ਦੀ ਵੀ ਅਨੁਕੂਲ ਨਹੀਂ ਹੈ। ਬਿਲਕੁਲ, ਇਹ ਗੱਲ ਸਹੀ ਹੈ। ਫੰਡਿੰਗ ਹੋ ਰਹੀ ਹੈ ਵਿਦੇਸ਼ਾਂ ਤੋਂ, ਚਰਚ ਜਿਹੜੀ ਆ ਉਹ ਫੰਡਿੰਗ ਕਰਦੀ ਹੈ ਜੀ, ਵੱਡੀ ਤਾਦਾਦ ਵਿੱਚ ਫੰਡਿੰਗ ਕਰਦੀਆਂ ਨੇ। ਤੇ ਜਦੋਂ ਫਿਰ ਉਹਨਾਂ ਨੂੰ ਫੰਡਿੰਗ ਮਿਲਦੀ ਹੈ, ਉਹ ਫਿਰ ਪਹਿਲਾਂ ਆਪ ਪੈਸੇ ਦੇ ਲਾਲਚ 'ਚ ਕਨਵਰਟ ਹੁੰਦੇ ਨੇ, ਫਿਰ ਉਹ ਹੋਰਨਾਂ ਨੂੰ ਵੀ ਪ੍ਰੇਰਿਤ ਕਰਦੇ ਨੇ। ਤਾਂ ਇਹ ਇੱਕ ਚੱਕਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ। ਤੇ ਬਿਮਾਰ ਮਾਨਸਿਕਤਾ ਦੇ ਲੋਕ ਅਕਸਰ ਹੀ ਹੁੰਦੇ ਨੇ, ਖਾਸ ਤੌਰ 'ਤੇ ਪਿੰਡਾਂ ਦੇ ਵਿੱਚ।
ਜਿਵੇਂ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਜੇ ਮੱਝ ਨਾ ਮਿਲਣੀ ਤੇ ਪਿੰਡ ਦੇ ਗ੍ਰੰਥੀ ਕੋਲ ਚਲੇ ਜਾਣਾ, ਉਹਨੇ ਪੇੜਾ ਦੇ ਦੇਣਾ, ਪੇੜਾ ਫੂਕ ਮਾਰ ਦੇਣੀ, ਪੇੜੇ ਨੂੰ ਹੱਥ ਹੌਲਾ ਹੋ ਜਾਣਾ, ਇਹ ਸਾਰੀਆਂ ਗੱਲਾਂ ਇੱਕ ਵਹਿਮ ਸੀ, ਭਰਮ ਸੀ। ਹਾਂਜੀ। ਲੇਕਿਨ ਕਿਤੇ ਨਾ ਕਿਤੇ ਜਿਹੜੇ ਢਿੱਲੀ ਮਾਨਸਿਕਤਾ ਵਾਲੇ ਲੋਕ ਸੀ ਉਹ ਇਹ ਚੀਜ਼ਾਂ ਕਰਦੇ ਸੀ ਤੇ ਉਹਨਾਂ ਦੀ ਮਾਨਸਿਕਤਾ ਨੂੰ ਸੰਤੁਸ਼ਟੀ ਮਿਲਦੀ ਸੀ ਜੀ। ਹੁਣ ਉਹ ਚੀਜ਼ਾਂ ਬੰਦ ਹੋ ਗਈਆਂ ਤੇ ਇਹ ਜਿਹੜੇ ਲੋਕ ਨੇ ਇਹਨਾਂ ਨੇ ਸ਼ੁਰੂ ਕਰਤੀਆਂ ਜੀ ਵੀ ਤੂੰ ਸਾਡੇ ਕੋਲ ਆਓ, ਮੰਤਰ ਪੜ੍ਹੋ ਤੇ ਠੀਕ ਹੋ ਜਾਓਗੇ, ਐਂ ਹੋ ਜਾਓਗੇ। ਤਾਂ ਜਿਹੜੇ ਢਿੱਲੀ ਮਾਨਸਿਕਤਾ ਦੇ ਲੋਕ ਹੈ ਉਹ ਫਿਰ ਇਹਨਾਂ ਦੇ ਇਸ ਭਰਮਜਾਲ ਦੇ ਵਿੱਚ ਫਸਦੇ ਨੇ। ਠੀਕ। ਦੂਜਾ ਗੱਲ ਹੈ ਕਿ ਇੱਕ ਧਰਮ ਕਹਿੰਦਾ ਹੈ ਕਿ ਤੁਸੀਂ ਲਓ ਮੈਥੋਂ ਤੇ ਮੇਰੇ ਧਰਮ ਨੂੰ ਫਾਲੋ ਕਰੋ। ਹਾਂਜੀ। ਤੇ ਇੱਕ ਸਾਡਾ ਧਰਮ ਆ, ਉਹ ਕਹਿੰਦਾ ਵੀ ਸੀਸ ਲਿਆਓ ਤਲੀ ਤੇ ਮੇਰੇ ਧਰਮ ਨੂੰ ਫਾਲੋ ਕਰੋ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜੀ। ਵੀ ਭਾਈ ਸਿੱਖਾ ਜੇ ਸਿੱਖੀ ਲੈਣੀ ਹੈ ਤੇ ਤੈਨੂੰ ਸਿਰ ਦੇਣਾ ਪੈਣਾ ਜੀ। ਤੇ ਦੂਜੇ ਪਾਸੇ ਉਹ ਕਹਿੰਦੇ ਜੇ ਤੂੰ ਸਾਡਾ ਧਰਮ ਲੈਣਾ ਤੇ ਤੈਨੂੰ ਅਸੀਂ ਸਾਰਾ ਕੁਝ ਹੀ ਦੇਵਾਂਗੇ ਜੀ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਫਿਰ ਜਿਹੜੇ ਲਾਲਚੀ ਪ੍ਰਵਿਰਤੀ ਵਾਲੇ ਲੋਕ ਹੁੰਦੇ ਆ ਉਹ ਤਾਂ ਫਿਰ ਉੱਧਰ ਹੀ ਜਾਂਦੇ ਆ ਜਿੱਧਰ ਦੇਣ ਦੀ ਗੱਲ ਹੁੰਦੀ ਹੈ, ਲੈਣ ਦੀ ਗੱਲ ਹੁੰਦੀ ਹੈ, ਦੇਣ ਦੀ ਨਹੀਂ ਹੁੰਦੀ। ਸਿੱਖੀ ਦੇ ਵਿੱਚ ਦੇਣ ਦੀ ਗੱਲ ਹੈ ਜੀ। ਇੱਥੇ ਸਿੱਖ ਨੇ ਪਰ ਜਿਹੜਾ ਇਹਦਾ ਖਤਰਾ ਤਾਂ ਬਹੁਤ ਵੱਡਾ ਖੜਾ ਹੋ ਗਿਆ ਨਾ, ਜਿੱਦਾਂ ਖਤਰਾ ਹੈ, ਡੈਮੋਕ੍ਰੇਸੀ 'ਚ ਗਿਣਤੀ ਗਿਣੀ ਜਾਣੀ ਖਤਰਾ ਹੈ। ਲੇਕਿਨ ਇਹਦਾ ਦੇਖੋ ਜੇ ਅਸੀਂ ਆਖੀਏ ਨਾ ਕਿ ਆਪਾਂ ਇਕੱਲੇ ਕਹਿ ਰਹੇ ਕੋਈ ਕੰਮ ਕਰ ਲਾਂਗੇ, ਇਹਦੇ ਲਈ ਬਹੁਤ ਵੱਡੀ ਇੱਕ ਨੀਤੀ ਦੀ ਲੋੜ ਹੈ ਜੀ। ਬਹੁਤ ਵੱਡੀ ਮੈਨ ਪਾਵਰ ਦੀ ਲੋੜ ਹੈ। ਮਨੀ ਪਾਵਰ ਤਾਂ ਬਾਅਦ ਦੀ ਗੱਲ ਹੈ। ਹਾਂਜੀ ਹਾਂਜੀ। ਮੈਨ ਪਾਵਰ ਦੀ ਲੋੜ ਹੈ ਔਰ ਨੀਤੀ ਦੀ ਲੋੜ ਹੈ, ਪਾਲਿਸੀ ਦੀ ਲੋੜ ਹੈ ਕਿ ਇਹਨੂੰ ਕਿਵੇਂ ਠੱਲਿਆ ਜਾ ਸਕਦਾ ਜੀ। ਔਰ ਪਾਲਿਸੀ ਬਣਾਉਣੀ ਹੈ ਸਾਡੇ ਚਿੰਤਕਾਂ ਨੇ, ਸਾਡੇ ਵਿਦਵਾਨਾਂ ਨੇ, ਤੇ ਸਾਡੇ ਵਿਦਵਾਨ ਵੀ ਧੜੇਬੰਦੀਆਂ 'ਚ ਪਏ ਹੋਏ ਆ। ਹਾਂਜੀ ਆ ਫਲਾਣੇ। ਪਰ ਮੇਰੇ ਖਿਆਲ ਅਸੀਂ ਸਾਰੇ ਜਿਹੜੇ ਦੇਖਦੇ ਤਾਂ ਅਕਾਲ ਤਖਤ ਸਾਹਿਬ ਵੱਲੇ ਹੁੰਦੇ ਆ। ਹਾਂ ਤੇ ਹੁਣ ਅਸੀਂ ਕਹਿੰਦੇ ਆ ਕਿ ਭਾਈ ਆਓ ਦਿਓ, ਸਮੱਸਿਆਵਾਂ ਸਾਰੇ ਦੱਸਦੇ ਨੇ। ਹਾਂਜੀ। ਪਰ ਸਮੱਸਿਆਵਾਂ ਦਾ ਹੱਲ ਕੀ ਹੈ ਇਹ ਕੋਈ ਨਹੀਂ ਦੱਸਦਾ। ਨਹੀਂ, ਇਹੀ ਤਾਂ ਹੱਲ ਅਕਾਲ ਤਖਤ ਸਾਹਿਬ ਤੋਂ ਦੱਸਿਆ ਜਾਣਾ ਚਾਹੀਦਾ ਨਾ। ਉਹ ਚਿੰਤਕ ਇਕੱਠੇ ਕਰੋ ਤੁਸੀਂ ਕਿਤੇ। ਅਕਾਲ ਤਖਤ ਸਾਹਿਬ ਜਿਹੜਾ ਨਾ ਜੀ, ਹਾਂਜੀ, ਇਹ ਪ੍ਰਤੀਨਿਧਤਾ ਕਰਦਾ ਗੁਰੂ ਖਾਲਸਾ ਪੰਥ ਜੀ। ਜੀ ਜੀ। ਹੁਣ ਸਮੱਸਿਆਵਾਂ ਤਾਂ ਅਸੀਂ ਵੀ ਜਾਣਦੇ ਹਾਂ ਜੀ, ਪਰ ਸਾਨੂੰ ਇਹ ਤਾਂ ਚਿੰਤਕਾਂ ਨੂੰ ਇਹ ਤਾਂ ਕੋਈ ਬਣਾ ਕੇ ਕੋਈ ਸਟਰਕਚਰ, ਕੋਈ ਪ੍ਰੋਜੈਕਟ ਰਿਪੋਰਟ ਦਿਓ ਨਾ ਸਾਨੂੰ ਕਿ ਇਸ ਢੰਗ ਦੇ ਨਾਲ ਆਹ ਤਰੀਕਿਆਂ ਨਾਲ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਔਰ ਕਰਨਾ ਚਾਹੀਦਾ ਜੀ। ਇਸ ਤਰੀਕੇ ਨਾਲ ਪ੍ਰਚਾਰ ਕਰੋ, ਇਸ ਤਰੀਕੇ ਨਾ ਕਰੋ, ਤੇ ਇਹਨੂੰ ਅੰਜਾਮ ਕਿਵੇਂ ਦਿੱਤਾ ਜਾ ਸਕਦਾ ਹੈ, ਕਿੱਥੋਂ ਕਿਹੜੀ ਸਹਾਇਤਾ ਲਈ ਜਾ ਸਕਦੀ ਹੈ, ਕਿੱਥੋਂ ਕਿਹੜੀ ਸਹਾਇਤਾ ਲਈ ਜਾ ਸਕਦੀ ਹੈ, ਫਿਰ ਅਸੀਂ ਕਾਰਜਸ਼ੀਲ ਵੀ ਹੋਵਾਂਗੇ। ਆਮ ਤੌਰ 'ਤੇ ਭਾਰਤ ਦੇਸ਼ 'ਚ ਕਿਹਾ ਜਾਂਦਾ ਕਿ ਜਿਹੜੇ ਨਾ ਉੱਥੇ ਦੀ, ਮੈਂ RSS ਦਾ ਨਾਮ ਲੈ ਦਿੰਦਾ, ਬਾਕੀ ਹੋਰ ਸੰਸਥਾਵਾਂ ਬਾਰੇ ਜਿਨ੍ਹਾਂ ਬਾਰੇ ਕਿਹਾ ਜਾਂਦਾ, ਮੈਂ ਆਪ ਨੂੰ ਨਹੀਂ ਕਹਿ ਰਿਹਾ, ਕਿ ਉਹ ਮੁਸਲਿਮ ਦੇ ਉੱਤੇ ਬੜੀਆਂ ਸਾਰੀਆਂ ਦੀਆਂ ਗੱਲਾਂ ਕਰਦੇ, ਪਾਬੰਦੀਆਂ ਦੀਆਂ ਗੱਲਾਂ ਕਰਦੇ, ਮੁਸਲਮਾਨਾਂ ਦੀ ਬਾਰੇ ਅੱਜ ਕੱਲ੍ਹ ਜਿਹੜੀ ਸਰਕਾਰ ਦੀ ਉਹ ਵੀ ਗੱਲ ਚੱਲ ਰਹੀ ਹੈਗੀ ਆ ਕਿ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਪੀੜਨ ਦੀ ਗੱਲ ਕੀਤੀ ਜਾ ਰਹੀ ਆ। ਪਰ ਮੁਸਲਿਮ ਧਰਮ ਫੇਰ ਵੀ ਵੱਧ ਰਿਹਾ। ਅੱਛਾ, ਹੁਣ ਤੁਸੀਂ ਇਹ ਗੱਲ ਕੀਤੀ, ਉਹ ਫੇਰ ਵੀ ਵੱਧ ਰਿਹਾ। ਮੁਸਲਿਮ ਦੀ ਗੱਲ ਕੀਤੀ। ਹਾਂਜੀ। ਅਸੀਂ ਕਿਉਂ ਨਹੀਂ ਵੱਧ ਰਹੇ? ਮੈਂ ਤੁਹਾਨੂੰ ਮੁਸਲਿਮ ਦੀ ਗੱਲ ਤੁਸੀਂ ਕੀਤੀ। ਹਾਂਜੀ। ਕਿ ਯੂਪੀ ਦੇ ਵਿੱਚੋਂ ਮੁਸਲਮਾਨ ਪੰਜਾਬ ਆ ਰਹੇ। ਜੀ ਹਾਂ। ਪੰਜਾਬ ਦੇ ਵਿੱਚ ਜਿਹੜੀਆਂ ਢਾਈਆਂ ਢੱਠੀਆਂ ਚਰਚ ਮਸੀਤਾਂ ਸੀ, ਸਾਡੇ ਸਿੱਖ ਉਹ ਰੈਨੋਵੇਟ ਕਰਕੇ ਉਹਨਾਂ ਨੂੰ ਦੇ ਰਹੇ ਨੇ ਜੀ। ਤੁਸੀਂ ਦੱਸਿਆ ਕਿ ਹੁਣ 5-5 ਹਜ਼ਾਰ ਦਾ ਇਕੱਠ ਹੋਣਾ। ਬਿਲਕੁਲ ਬਿਲਕੁਲ। ਉਹ ਸਾਰੇ ਯੂਪੀ ਦੇ ਆ ਰਹੇ ਨੇ, ਬਿਹਾਰ ਦੇ ਆ ਰਹੇ ਨੇ। ਹਾਂਜੀ ਹਾਂਜੀ। ਤੇ ਉਹ ਆ ਕੇ ਆਪਦੇ ਉਹ ਸੰਭਾਲ ਰਹੇ ਨੇ। ਹਾਂਜੀ। ਤੇ ਦੂਜੀ ਗੱਲ ਜਿਹੜੀ ਇਹ ਤੁਸੀਂ ਕਹੀ ਕਿ ਮੁਸਲਮਾਨ ਵੱਧ ਰਹੇ ਨੇ। ਹਾਂਜੀ। ਉਹਨਾਂ ਦੀ ਆਬਾਦੀ ਵੱਧ ਰਹੀ ਹੈ ਜੀ। ਜੀ। ਸਾਡੀ ਘਟ ਰਹੀ ਹੈ। ਉਹਨਾਂ ਦੀ ਆਬਾਦੀ ਇਸ ਕਰਕੇ ਵੱਧ ਰਹੀ ਕਿ ਉਹਨਾਂ ਦਾ ਸ਼ਾਇਦ ਪਰਿਵਾਰਕ ਸਿਸਟਮ ਜਿਹੜਾ ਆ ਉਹ ਇੱਕ ਵੱਖਰੇ ਤਰ੍ਹਾਂ ਦਾ ਆ, ਵੱਖਰੇ ਤਰ੍ਹਾਂ ਉਹ ਤਾਂ ਵੱਧ ਰਹੀ। ਪਰ ਦੂਜੇ ਲੋਕ ਕਨਵਰਸ਼ਨ ਹੋ ਕੇ ਵੀ ਮੁਸਲਮਾਨਾਂ 'ਚ ਜਾ ਰਹੇ ਆ। ਨਹੀਂ, ਉਹ ਬਹੁਤ ਘੱਟ ਹੈ ਜੀ। ਹਾਂਜੀ। ਮੁਸਲਮਾਨ ਬਹੁਤ ਘੱਟ, ਮਤਲਬ ਹੁਣ ਹਾਂਜੀ ਹੁਣ ਘੱਟ ਆ। ਹਾਂ, ਬਹੁਤ ਘੱਟ ਹੈ। ਹਾਂਜੀ। ਲੇਕਿਨ ਉਹ ਜਿਸ ਹਿਸਾਬ ਨਾਲ ਉਹਨਾਂ ਦੀ ਆਬਾਦੀ ਵੱਧ ਰਹੀ ਹੈ, 50 ਸਾਲਾਂ ਨੂੰ ਉਹਨਾਂ ਨੇ ਮੈਨੂੰ ਲੱਗਦਾ ਮੈਜੋਰਟੀ। ਮੈਂ ਇੱਕ ਦਾਦੋ ਵਜੋਂ ਗੱਲ ਕਰਦਾ, ਕਪੂਰਥਲੇ ਦਾ ਜਿਹੜਾ ਸਦਰ ਬਾਜ਼ਾਰ ਆ, ਜਲੰਧਰ ਦੇ ਬਾਜ਼ਾਰਾਂ ਜਿਨ੍ਹਾਂ ਬਾਰੇ ਮੈਂ ਜਾਣਦਾ, ਦੁਆਬੇ ਦੇ ਬਾਜ਼ਾਰਾਂ ਦਾ, ਕਪੂਰਥਲੇ ਦਾ ਸਦਰ ਬਾਜ਼ਾਰ ਆ, ਉਹਦੇ 'ਚ ਪੂਰੇ ਬਾਜ਼ਾਰ 'ਚ 400 ਦੁਕਾਨ ਹੋਏਗੀ। ਕਿਸੇ ਟਾਈਮ 'ਚ ਉੱਥੇ ਇੱਕ ਵੀ ਕਿਸੇ ਮੁਸਲਿਮ ਦੀ ਦੁਕਾਨ ਨਹੀਂ ਸੀ ਹੁੰਦੀ। ਮੈਂ 1985, 86, 87, 90, 91, 92 ਤੱਕ ਵੀ ਇੱਕ ਨਹੀਂ ਸੀ ਹੁੰਦੀ ਹੈਗੀ। ਹੁਣ ਤਕਰੀਬਨ ਉੱਥੇ 40-50 ਤੋਂ ਜ਼ਿਆਦਾ ਦੁਕਾਨਾਂ ਮੁਸਲਿਮ ਦੀਆਂ ਹੋਣਗੀਆਂ। ਬਹੁਤੇ ਯੂਪੀ ਤੋਂ ਆਏ ਹੋਏ ਆ। ਉਹਨਾਂ ਨੇ ਉੱਥੋਂ ਪੈਸਾ ਕੱਢ ਕੇ ਇੱਥੇ ਲਾਇਆ, ਤੇ ਕੱਪੜੇ ਦੀਆਂ ਦੁਕਾਨਾਂ, ਕਢਾਈ ਦੀਆਂ ਦੁਕਾਨਾਂ, ਸਿਲਾਈ ਦੀਆਂ ਦੁਕਾਨਾਂ ਸਾਰੀਆਂ ਉਹਨਾਂ ਦੀਆਂ ਆ। ਔਰ ਇਹ ਤਵਾਜ਼ਨ ਇਕੱਲੇ ਇੱਕ ਬਾਜ਼ਾਰ ਦੀ ਗੱਲ ਨਹੀਂ, ਇੱਕ ਦੀ ਨਹੀਂ। ਇਹ ਲੁਧਿਆਣੇ ਦਾ ਚੌੜਾ ਬਾਜ਼ਾਰ, ਉੱਥੇ ਵੀ ਉੱਦਾਂ ਹੀ ਆ।
ਬਾਕੀ ਸਾਰੇ ਬੜੇ ਜਿੱਥੇ ਜਿੱਥੇ ਤੁਸੀਂ ਨਿਗਾਹ ਮਾਰੋਗੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ, ਵਪਾਰ ਜਾ ਰਿਹਾ, ਮਿਹਨਤ ਜਾ ਰਹੀ ਆ। ਭਾਈ ਰਣਧੀਰ ਸਿੰਘ ਨੇ ਦੱਸਿਆ ਕਿ ਲੰਡਨ ਦੇ ਵਿੱਚ ਇੱਕ ਮਾਰਕੀਟ ਹੈ, ਉੱਥੇ ਪਹਿਲਾਂ ਮੁਸਲਮਾਨ ਹੁੰਦੇ ਸੀ, ਲੇਕਿਨ ਹੁਣ ਸਾਰੀਆਂ ਅਫਗਾਨ ਸਿੱਖਾਂ ਕੋਲ ਬਿਲਕੁਲ ਬਰੋਡਵੇ ਇਦਾਂ ਹੀ ਸਾਊਥ ਹਾਲ ਦੀ ਤਾਂ ਸ਼ਕਲ ਬਦਲ ਚਲੀ ਸੀ। ਇੱਕ ਵਾਰੀ ਉੱਥੋਂ ਸਿੱਖ ਨਿਕਲ ਕੇ ਮੁਸਲਮਾਨਾਂ ਚਲੇ ਸੀ, ਪਰ ਸਾਡੇ ਅਫਗਾਨ ਭਰਾ ਆਏ ਤੇ ਉਹਨਾਂ ਨੇ ਆ ਕੇ ਦੁਬਾਰਾ ਉੱਥੇ ਟੇਕ ਓਵਰ ਜਾ ਕੀਤਾ, ਇਹ ਬਰੋਡਵੇ ਨੂੰ ਕਰ ਲਿਆ ਉਹਨਾਂ ਨੇ। ਦੂਜੀ ਗੱਲ, ਜਿਹੜੇ ਪੰਜਾਬ, ਜਿਹੜੇ ਛੋਟੇ ਕਿੱਤੇ, ਮੈਂ ਪੰਜਾਬ ਦੀ ਗੱਲ ਕਰਦਾ, ਜਿਹੜੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਮਤਲਬ ਕਿੱਤੇ ਹੁੰਦੇ ਆ ਨਾ ਜੀ, ਜਿਵੇਂ ਸਬਜ਼ੀ ਵੇਚਣੀ ਜਾਂ ਮਤਲਬ ਰੇਹੜੀਆਂ ਲਾਉਣੀਆਂ, ਬਾਕੀ ਠੇਕੇਦਾਰੀ ਕਰਨੀ ਆ, ਘਰਾਂ ਦੀ ਉਸਾਰੀ ਦੇ ਕੰਮ ਕਰਨੇ, ਇਹ ਸਾਡੇ ਸਿੱਖ ਤਾਂ ਬਾਹਰ ਹੀ ਹੋ ਗਏ ਇਹਨਾਂ ਕਿੱਤਿਆਂ ਤੋਂ, ਕਿਉਂਕਿ ਉਹਨਾਂ ਨੇ ਸਟੇਟਸ ਹੀ ਆਪਣਾ ਇੰਨਾ। ਹਾਲਾਂਕਿ ਸਬਜ਼ੀ ਵੇਚਣ ਵਾਲੇ ਜਿਹੜੇ ਬਿਹਾਰ ਜਾਂ ਯੂਪੀ ਦੇ ਲੋਕ ਆ ਰਹੇ ਆ ਉਹ ਬਹੁਤ ਅੱਛੀ ਕਮਾਈ ਕਰ ਰਹੇ ਆ, ਪਰ ਸਾਡੇ ਜਿਹੜੇ ਲੋਕ ਹੈ ਉਹ ਇਹਨਾਂ ਮਤਲਬ ਕਿੱਤਿਆਂ ਨੂੰ ਛੱਡ ਗਏ ਹੈ ਜਾਂ ਛੱਡ ਰਹੇ ਹੈ ਜਾਂ ਛੱਡ ਕੰਮ ਕੋਈ ਵੀ ਕਰੇ ਆਪਾਂ ਨੂੰ ਉਸ ਗੱਲ ਦਾ ਮਤਲਬ ਗਲਤ ਹੈ, ਮਤਲਬ ਸਿੱਖਾਂ ਦੀ ਗਿਣਤੀ ਘਟ ਰਹੀ ਹੈ। ਪ੍ਰੋਬਲਮ ਇਹੀ ਹੈ ਨਾ ਜੀ, ਜਦੋਂ ਅਸੀਂ ਛੋਟੇ ਕਿੱਤੇ ਛੱਡ ਦਾਂਗੇ ਤੇ ਕੋਈ ਤਾਂ ਆ ਕੇ ਉੱਥੇ ਬੈਠੂਗਾ ਹੀ ਨਾ ਜੀ, ਕੋਈ ਤਾਂ ਉੱਥੇ ਆ ਕੇ ਕੰਮ ਕਰੂਗਾ ਨਾ। ਅਸੀਂ ਲੇਬਰ ਛੱਡਤੀ ਕਿ ਪਹਿਲਾਂ ਅੱਜ ਤੋਂ 15 20 25 ਸਾਲ ਪਹਿਲਾਂ ਹੀ ਆਮ ਕਿਸਾਨੀ ਘਰਾਂ ਦੇ ਵਿੱਚ ਬੀਬੀਆਂ ਵੀ ਨਰਮਾ ਚੁਗਾਉਣ ਜਾਂਦੀਆਂ ਸੀ, ਬਾੜੀ ਤੇ ਵੀ ਬੀਬੀਆਂ ਜਾਂਦੀਆਂ ਸੀ, ਕੰਮ ਕਰਦੀਆਂ, ਘਰਾਂ ਦੀਆਂ ਆਪ ਵੀ ਬੰਦੇ ਕੰਮ ਕਰਦੇ ਸੀ, ਲੇਕਿਨ ਹੁਣ ਕੋਈ ਨਹੀਂ ਕਰਦਾ, ਹੁਣ ਸਾਰੇ ਲੇਬਰ ਤੋਂ ਕਰਾਉਂਦੇ ਨੇ। ਤੇ ਜਦੋਂ ਲੇਬਰ ਤੋਂ ਕਰਾਉਣ ਲੱਗੇ ਤੇ ਲੇਬਰ ਦੀ ਡਿਮਾਂਡ ਜਿਹੜੀ ਵਧੀ ਹੈ, ਤੇ ਉਹ ਦੂਜੀ ਉਹ ਬਿਹਾਰ ਤੇ ਯੂਪੀ ਉਹ ਲੇਬਰ ਦੀ ਡਿਮਾਂਡ ਨੂੰ ਪੰਜਾਬ ਦੇ ਵਿੱਚ ਪੂਰੀ ਕਰਦੇ ਆ ਜੀ, ਉਹ ਆ ਕੇ ਬੈਠਦੇ ਨੇ ਜੀ। ਇਹਦਾ ਸਾਰੇ ਕਾਸੇ ਦਾ ਹੱਲ ਕੀ ਹੈ? ਇਹਦੇ ਬਾਰੇ ਕਦੀ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਤਾਂ ਸਭ ਤੋਂ ਵੱਡਾ ਤੇ ਇਹ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਜਿਹੜੀ ਸਾਡੀ ਮਿਨੋਰਟੀ ਦੇ ਵਿੱਚ ਅਸੀਂ ਜਾ ਰਹੇ ਹਾਂ ਨਾ, ਇਹਨੂੰ ਠੱਲਣ ਦਾ ਕੋਈ ਨਾ ਕੋਈ ਕਾਰਗਰ ਤਰੀਕਾ ਜਿਹੜਾ ਹੈ ਉਹ ਵੱਡਾ ਅਪਣਾਉਣ ਦੀ ਜ਼ਰੂਰਤ ਹੈ ਜੀ। ਉਹਦੇ ਬਾਰੇ ਤਾਂ ਮੈਂ ਦੱਸੋ ਨਾ, ਅਕਾਲ ਤਖਤ ਸਾਹਿਬ ਨੂੰ ਲੀਡ ਲਾ ਕੇ ਕੰਮ ਕਰਨਾ ਚਾਹੀਦਾ। ਸਾਨੂੰ ਦੱਸੋ ਜੋ ਵੀ ਕਰਨ ਵਾਲਾ ਹੋਇਆ ਬਾਹਰ ਸਿੱਖ ਇਸ ਗੱਲ ਨੂੰ ਅਸਲ 'ਚ ਚਿੰਤਨ ਵਿੱਚ ਹੈਗੀ ਇਹ ਹੈ ਕਿ ਇਹੋ ਕਾਰਨ ਹੈ ਨਾ ਜੀ ਕਿ 84 ਤੋਂ ਬਾਅਦ ਸਾਡੀਆਂ ਜਿਹੜੀਆਂ ਸ਼ਕਤੀਆਂ ਸੀ ਸਿੱਖ ਵਿਰੋਧੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਕ੍ਰੈਡੀਬਿਲਿਟੀ ਨੂੰ ਡੈਮੇਜ ਹੀ ਇੰਨਾ ਕਰਤਾ ਕਿ ਕੋਈ ਵੀ ਸਿੱਖ ਭਰੋਸਾ ਕਰਨ ਦੇ ਲਈ ਤਿਆਰ। ਸਿੱਖਾਂ ਦੇ ਅੰਦਰੋਂ ਹੀ ਸੰਸਥਾ ਦੇ ਪ੍ਰਤੀ ਬੇਭਰੋਸਗੀ ਦੀ ਭਾਵਨਾ ਪੈਦਾ ਕਰਤੀ ਹੈ ਜੀ। ਕੋਈ ਸਮਾਂ ਹੁੰਦਾ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਆਇਆ ਆਦੇਸ਼ ਸਿਰ ਮੱਥੇ ਮੰਨਿਆ ਜਾਂਦਾ ਹੈ, ਤੇ ਅੱਜ ਹਾਲਾਤ ਇਹ ਨੇ ਕਿ ਕੋਈ ਆਦੇਸ਼ ਜਾਂਦਾ ਹੈ, ਜੇ ਤਾਂ ਹਿੱਤ ਦੇ ਵਿੱਚ ਹੈ ਫਿਰ ਤਾਂ ਕਹਿੰਦੇ ਠੀਕ ਹੈ ਜੀ, ਤੇ ਜੇ ਲੱਗਦਾ ਹੈ ਕਿ ਮੇਰੇ ਤਾਂ ਹਿੱਤ 'ਚ ਨਹੀਂ, ਉਹ ਕਹਿੰਦਾ ਮੈਂ ਤਾਂ ਜਥੇਦਾਰੀ ਨਹੀਂ ਮੰਨਦਾ, ਮੈਂ ਤਾਂ ਜਥੇਦਾਰੀ ਕਿਸੇ ਹੋਰ ਨੂੰ ਮੰਨਦਾ। ਬਿਲਕੁਲ, ਇਹ ਪਿਛਲੇ ਸਮੇਂ ਸਾਕੇ ਸਾਹਮਣੇ ਆਇਆ, ਬਿਲਕੁਲ ਹੋਇਆ ਵੀ ਬਿਲਕੁਲ ਆ ਕੇ ਸਾਹਮਣੇ, ਔਰ ਬੜਾ ਉਹ ਆਪਣੇ ਆਪ ਨੂੰ ਕਈ ਵਾਰੀ ਸੀ ਵੀ ਕਿੱਡੀ ਹੈਰਾਨੀ ਦੀ ਗੱਲ ਕਿ ਨਾਨਕ ਮਤੇ ਦੇ ਵਿੱਚ ਕਾਂਡ ਹੋਇਆ, ਉਹ ਲੜਕੀਆਂ ਦਾ ਜਿਹੜਾ ਨਾਚ ਗਾਣਾ ਹੋਇਆ, ਅਸੀਂ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਭੇਜੀ, ਉਸ ਕਮੇਟੀ ਨੇ ਸਾਰੇ ਜਾ ਕੇ ਪੜਤਾਲ ਕੀਤੀ, ਅਹੁਦੇਦਾਰਾਂ ਨੇ ਆਪਣੀ ਗਲਤੀ ਮੰਨੀ, 4 ਅਹੁਦੇਦਾਰਾਂ ਨੇ ਔਰ ਇੱਕ ਕਾਰਸੇ ਵਾਲੇ ਬਾਬੇ ਨੇ ਆਪਣੀ ਗਲਤੀ ਮੰਨੀ, ਗਲਤੀ ਮੰਨ ਕੇ ਅਸਤੀਫਾ ਦਿੱਤਾ। ਠੀਕ ਹੈ ਨਾ ਜੀ, ਵੀ ਅਸੀਂ ਆਪਣੀ ਗਲਤੀ ਮੰਨਦੇ ਹਾਂ ਔਰ 4 ਅਹੁਦੇਦਾਰ ਅਸੀਂ ਅਸਤੀਫਾ ਦਿੰਦੇ ਹਾਂ। ਹਾਲਾਂਕਿ ਉਹਨਾਂ 'ਚ ਇੱਕ ਅਹੁਦੇਦਾਰ ਘਟਨਾ ਵਾਲੇ ਦਿਨ ਵੀ ਮੌਜੂਦ ਨਹੀਂ ਸੀ, ਬਿਮਾਰ ਸੀ, ਤੇ ਅੱਜ ਵੀ ਬਿਮਾਰ ਹੈ। 3 ਅਹੁਦੇਦਾਰ ਸੀ, ਅਸਤੀਫਾ ਦੇਤਾ। ਉਦੋਂ ਬਾਅਦ ਅਕਾਲ ਤਖਤ ਸਾਹਿਬ ਦੇ ਆਏ, ਤੇ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਹੈ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਤਨਖਾਹੀਆ ਪਹਿਲਾਂ ਹੀ, ਜਿਵੇਂ ਦਾੜੀ ਰੰਗ ਦਾ ਜਾਂ ਉਹਨੂੰ ਤਨਖਾਹ ਨਹੀਂ ਲਾਈ ਜਾ ਸਕਦੀ। ਇੱਕ ਅਹੁਦੇਦਾਰ ਦੀ ਦਾੜੀ ਰੰਗੀ ਹੈ ਜੀ, ਉਹਨੂੰ ਅਸੀਂ ਤਨਖਾਹ ਲਾਈ ਨਹੀਂ, ਉਹਨੂੰ ਕਿਹਾ ਵੀ 5 ਪੈਰਾਂ 'ਤੇ ਪੇਸ਼ ਹੋ। ਕਹਿੰਦਾ ਮੈਂ ਇੱਥੇ ਹੋਵਾਂ ਜਾਂ ਨਾਨਕ ਮਤੇ ਹੋ, ਨਾਨਕ ਮਤੇ ਹੋ ਜਾ। ਤੇ ਉਹਨੂੰ ਕਿਹਾ ਠੀਕ ਹੈ, ਉਹਨੂੰ ਪਾਸੇ ਕਰਤਾ ਕਿ ਤੂੰ ਪਾਸੇ ਹੋ ਜਾ, ਕਿਉਂਕਿ ਤੈਨੂੰ ਤਨਖਾਹ ਨਹੀਂ ਲੱਗ ਸਕਦੀ। ਦੂਜਿਆਂ ਨੂੰ ਤਨਖਾਹ ਲਾਤੀ, ਉਹ ਰੌਲਾ ਪਾਉਣ ਲੱਗ ਗਿਆ, ਮੈਂ ਤਾਂ ਜਥੇਦਾਰ ਨਹੀਂ ਮੰਨਦਾ, ਮੈਂ ਤਾਂ ਨਹੀਂ ਕਰਦਾ। ਤੇ ਇਹ ਚੀਜ਼ਾਂ ਕ੍ਰੈਡੀਬਿਲਿਟੀ ਨੂੰ ਅਕਾਲ ਤਖਤ ਸਾਹਿਬ ਦੀ ਨੂੰ ਢਾਹ ਲਾਉਂਦੀਆਂ। ਲਾ ਕੌਣ ਰਿਹਾ? ਅਸੀਂ ਲਾ ਰਹੇ ਹਾਂ। ਪਲੈਨਿੰਗ ਕਿਹਦੀ ਹੈ? ਸਿੱਖ ਵਿਰੋਧੀ ਸ਼ਕਤੀਆਂ ਦੀ ਹੈ ਜੀ। ਅਸੀਂ ਜਾਣੇ ਅਣਜਾਣੇ ਉਹਨਾਂ ਦਾ ਕੰਮ ਕਰ ਰਹੇ ਹਾਂ ਜੀ। ਵੀ ਜਿੰਨਾ ਅਕਾਲ ਤਖਤ ਸਾਹਿਬ ਨੂੰ ਅਸੀਂ ਮਜ਼ਬੂਤ ਕਰਾਂਗੇ, ਉਹਨਾਂ ਅਸੀਂ ਮਜ਼ਬੂਤ ਹੋਵਾਂਗੇ ਜੀ। ਜੇ ਕਿਸੇ ਕੌਮ ਦਾ ਕੇਂਦਰ ਹੀ ਨਹੀਂ ਮਜ਼ਬੂਤ, ਤੇ ਕੌਮ ਕਿੱਦਾਂ ਮਜ਼ਬੂਤ ਰਹਿ ਸਕਦੀ? ਬਹੁਤ ਸਾਰੇ ਮਾਮਲੇ ਇਹੋ ਜਿਹੇ ਹੈ ਜਿਹੜੇ ਉਹਨਾਂ ਮੁਲਕਾਂ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ, ਜੋ ਉਹਨਾਂ ਮੁਲਕਾਂ ਦੇ ਸਿੱਖ ਜਾਂ ਉਹਨਾਂ ਮੁਲਕਾਂ ਦੇ ਵਿਚਾਰਵਾਨ ਆਪਣੇ ਲੈਵਲ ਦੇ ਉੱਤੇ ਨਜਿੱਠ ਸਕਦੇ ਆ। ਅਕਾਲ ਤਖਤ ਸਾਹਿਬ ਨੂੰ ਸਭ ਤੋਂ ਜ਼ਿਆਦਾ ਢਾਹ, ਤੁਸੀਂ ਨਹੀਂ ਸੀ ਉਦੋਂ ਉੱਥੇ, ਨਾ ਤੁਸੀਂ ਦਮਦਮਾ ਸਾਹਿਬ ਸੀ, ਨਾ ਤੁਸੀਂ ਅਕਾਲ ਤਖਤ ਸਾਹਿਬ 'ਤੇ ਸੀ, ਸਾਰਿਆਂ ਤੋਂ ਜ਼ਿਆਦਾ ਢਾਹ ਉਸ ਸਮੇਂ ਨਹੀਂ ਲੱਗੀ ਜਦੋਂ ਬੇਅਦਬੀਆਂ ਦਾ ਮਸਲਾ ਹੋਇਆ, ਸਿਰਸੇਵਾਲਾ ਵਾਲਾ ਮਸਲਾ ਹੋਇਆ, ਉਦੋਂ ਬੇਵਿਸ਼ਵਾਸੀ ਜੀ ਪੈਦਾ ਹੋਈ। ਉਹ ਬੇਅਦਬੀਆਂ ਬਾਰੇ ਹੁਣ ਕੀ ਹੋ ਰਿਹਾ? ਬਿਲਕੁਲ ਕੁਛ ਵੀ ਨਹੀਂ। ਜਿਹੜੇ ਦੋਸ਼ੀ ਸੀ, ਮਤਲਬ ਦੇਖੋ, ਅਸੀਂ ਜਿਹੜਾ ਅਫਸਰ ਸੀਗਾ ਬੇਅਦਬੀ ਦੇ, ਉਹ ਘਟਨਾਕ੍ਰਮ ਦੀ ਜਾਂਚ ਕਰ ਰਿਹਾ ਸੀ,
ਅਸੀਂ ਉਹਨੂੰ ਬੁਲਾ ਕੇ ਪੁੱਛਿਆ ਵੀ ਦੱਸ ਸਟੇਟਸ ਕੀ ਹੈ, ਵੀ ਕੀ ਹੈ। ਕੌਣ ਅਫਸਰ ਸੀ? ਉਹ ਮੇਰੇ ਖਿਆਲ ਖੱਟੜਾ ਸੀਗਾ। ਉਹਦੇ ਤੇ ਤਾਂ ਆਪਦੇ ਤੇ ਦੋਸ਼ ਲੱਗਦੇ ਸੀ ਕਿ ਵੀ ਕਿਉਂਕਿ ਇਹੀ ਕਹਿ ਜਾ ਰਿਹਾ ਬਾਕੀਆਂ ਵੱਲੋਂ ਵੀ ਉਹ ਤਾਂ ਬੰਦਾ ਜੀ ਉਹੀ ਗੱਲ ਹੈ ਨਾ, ਸਾਨੂੰ ਨਹੀਂ ਉਹਦੇ ਪਿਛਲੇ ਦੋਸ਼ਾਂ ਬਾਰੇ ਪਤਾ। ਅੱਛਾ ਜੀ। ਪਰ ਉਹਨੇ ਬੇਅਦਬੀਆਂ ਦੇ ਮਾਮਲਿਆਂ ਦੀ ਜਾਂਚ ਕੀਤੀ, ਸਿੱਟ ਦਾ ਮੁਖੀ ਸੀ ਉਹ। ਅੱਛਾ ਜੀ। ਤੇ ਅਸੀਂ ਗੈਦਰਿੰਗ ਇਕੱਠੀ ਕੀਤੀ, ਜਥੇਬੰਦੀਆਂ ਸੰਪਰਦਾਵਾਂ ਦੇ ਬੰਦੇ ਬੁਲਾਏ, ਹੂੰ ਉਹਨੂੰ ਉੱਥੇ ਮਾਈਕ ਤੇ ਕਿਹਾ ਵੀ ਬੋਲ ਤੂੰ ਦੱਸ ਕਿ ਕੀ ਤੇਰੀ ਜਿਹੜੀ ਪੜਤਾਲ ਸੀ ਉਹਦਾ ਤੁਹਾਡਾ ਕੀ ਰਿਟ ਸਿੱਟਾ ਨਿਕਲਿਆ ਜੀ। ਤੇ ਜਿਹੜੀ ਅਸੀਂ ਆਡੀਅנס ਬੁਲਾਈ ਸੀ, ਜਥੇਬੰਦੀਆਂ ਬੁਲਾਈ ਸੀ, ਉਹਨਾਂ ਨੇ ਉਹਦੇ ਤੇ ਕੁਐਸਚਨ ਕੀਤੇ। ਹਾਂਜੀ। ਉਹਨੂੰ ਮਤਲਬ ਜੋ ਵੀ ਕੁਐਸਚਨ ਉਹਨੇ ਜਵਾਬ ਦਿੱਤੇ ਜੀ। ਤੇ ਉਹ ਜੇ ਤੁਸੀਂ ਸੁਣੋ ਘੰਟੇ ਦੀ, ਉਹ ਤਾਂ ਦੱਸਿਆ ਹੀ ਉਹਨੇ ਕਿ ਫਲਾਣੇ ਦੋਸ਼ੀ ਹੈਗੇ, ਲੇਕਿਨ ਕੀ ਬਣਿਆ ਦੋਸ਼ੀਆਂ ਦਾ? ਉਹ ਜ਼ਮਾਨਤ ਤੇ ਰਿਹਾ ਹੋ ਗਿਆ। ਪਰ ਖੱਟਰਾ ਬਾਰੇ ਤਾਂ ਇਹ ਆਈ ਜੀ ਖੱਟਰ ਦੀ ਗੱਲ ਜਿਹਾ ਤੁਸੀਂ ਕਰਦੇ, ਉਹਦੇ ਬਾਰੇ ਤਾਂ ਪਹਿਲਾਂ ਚੱਲਦਾ ਸੀ, ਉਹਨੇ ਕੁਝ ਸਿੰਘਾਂ ਦੇ ਕਤਲਾਂ ਦੇ ਦੋਸ਼ ਦੇ ਵਿੱਚ ਵੀ ਪੁਲਿਸ ਤੇ ਤਸ਼ੱਦਦ ਦੇ ਦੋਸ਼ ਮੈਂ ਨਹੀਂ ਕਹਿੰਦਾ ਨਹੀਂ, ਪਰ ਉਹ ਇੱਕ ਸੈੱਟ ਦਾ ਮੁਖੀ ਸੀ ਜਿਹੜੀ ਬੇਅਦਬੀਆਂ ਦੀ ਜਾਂਚ ਕਰ ਰਹੀ ਸੀ। ਪਰ ਜਿਹੜੇ ਵਿਰੋਧੀ ਉਹੀ ਤਾਂ ਕਹਿੰਦੇ ਉਹਨੂੰ ਸੈੱਟ ਦਾ ਮੁਖੀ ਵੀ ਬਣਾਤਾ ਇਸੇ ਕਰਕੇ ਕਿ ਉਹ ਪਹਿਲੇ ਸਿੱਖ ਵਿਰੋਧੀ ਸੀ। ਅਸੀਂ ਉਹਨੂੰ ਦੱਸਿਆ ਵੀ ਦੱਸ ਵੀ ਤੇਰੀ ਪੜਤਾਲ 'ਚ ਕੀ ਹੋਇਆ। ਤੇ ਉਹ ਅਸੀਂ ਉੱਥੇ ਕਿਹੜਾ ਉਹਨੂੰ ਸੱਦ ਕੇ ਸਰੋਪਾ ਪਾਤਾ ਜਾਂ ਸਨਮਾਨ ਦੇਤਾ, ਪੁੱਛਿਆ ਹੀ ਹੈ ਨਾ ਵੀ ਭਾਈ ਸਾਡੀ ਕੌਮ ਜਾਣਨਾ ਚਾਹੁੰਦੀ ਹੈ ਵੀ ਕੌਣ ਸੀ ਤੂੰ, ਪੜਤਾਲ ਕੀਤੀ ਹੈ, ਤੂੰ ਦੱਸ ਸਾਡੀ ਕੌਮ। ਗੱਲ ਤਾਂ ਜਿਹੜੀ ਪਹਿਲੀ ਗੱਲ ਕਿ ਇਹ ਵੀ ਜਦ ਤੇ ਕੌਮ ਦੇ ਵਿੱਚ ਇੱਕ ਸੁਰਤਾ ਨਹੀਂ, ਇੱਕ ਮੁੱਠਤਾ ਨਹੀਂ, ਇੱਕ ਜੁਟਤਾ ਨਹੀਂ, ਤੇ ਉਦੋਂ ਤੱਕ ਤੁਸੀਂ ਜੋ ਵੀ ਕਰੀ ਜਾਓ ਉਹਦੇ ਰਿਜ਼ਲਟ ਜਾਣੀ ਕਿ ਉਹ ਨਹੀਂ ਉੱਦਾਂ ਦੇ ਨਹੀਂ ਹੋਣੇ। ਹਾਲਾਤ ਬਣ ਰਹੇ ਆ। ਹਾਂਜੀ। ਮਤਲਬ ਜਿਹੜੀਆਂ ਸਾਡੇ ਅਹੁਦੇ ਮਾਣ ਮੱਤੇ ਸ਼ਾਨ ਮੱਤੇ ਆ, ਤੇ ਜਿਸ ਕਿਸਮ ਦੇ ਅਸੀਂ ਹਾਲਾਤ ਬਣਾ ਰਹੇ ਹਾਂ, ਕੋਈ ਵੀ ਚੰਗਾ ਬੰਦਾ ਸਿਆਣਾ ਬੰਦਾ ਇਹਨਾਂ ਅਹੁਦਿਆਂ ਤੇ ਨਹੀਂ ਆਊਗਾ ਜੀ। ਬਿਲਕੁਲ ਇਦਾਂ ਹਾਲਾਤ ਪੈਦਾ ਹੋਈ ਜਾ ਰਹੇ ਆ, ਜਿਸ ਕਿਸਮ ਦੇ ਅਸੀਂ ਹਾਲਾਤ ਬਣਾ ਰਹੇ ਹਾਂ ਜੀ। ਕੋਈ ਵੀ ਸਾਡੇ ਸਤਿਕਾਰਤ ਅਹੁਦਿਆਂ ਦੇ ਉੱਤੇ ਸਿਆਣਾ ਬੰਦਾ, ਇੱਜ਼ਤਦਾਰ ਬੰਦਾ ਨਹੀਂ ਆਊਗਾ ਜੀ। ਉਹ ਕਹੂਗਾ ਮੈਂ ਦਿਹਾੜੀ ਕਰਕੇ ਰੋਟੀ ਖਾ ਲੂੰਗਾ, ਬੱਚੇ ਪਾਲ ਲੂੰਗਾ, ਪਰ ਜਲੀਲ ਨਹੀਂ ਹੋਣਾ। ਨਹੀਂ, ਪੈਸਾ ਤਾਂ ਬੰਦਾ ਕਿਤੇ ਵੀ ਕਮਾ ਸਕਦਾ ਫਿਰ, ਜੇ ਪੈਸੇ ਕਮਾਉਂਦੇ। ਅਸੀਂ ਬਣਾ ਕੌਣ ਰਿਹਾ? ਅਸੀਂ ਬਣਾ ਰਹੇ ਹਾਂ ਜੀ, ਕੋਈ ਹੋਰ ਤਾਂ ਬਣਾ ਨਹੀਂ ਰਿਹਾ। ਲੇਕਿਨ ਚਾਹੁੰਦਾ ਕੌਣ ਹੈ? ਉਹ ਸਾਡੇ ਵਿਰੋਧੀ ਚਾਹੁੰਦੇ ਨੇ। ਇਹਦੇ ਲਈ ਇੱਕ ਕੌਮ ਦੇ ਵਿੱਚ ਜਿਹੜੇ ਜਿੰਨੀਆਂ ਸਾਰੀਆਂ ਧਿਰਾਂ ਹੈਗੀਆਂ ਉਹਨਾਂ ਨੂੰ ਇਕੱਠੇ ਬੈਠ ਕੇ ਜੁੜ ਕੇ ਬੈਠਣਾ ਪਊਗਾ। ਉਹਦੇ ਲਈ ਕੋਈ ਯਤਨ ਆਪਦੇ ਵੱਲੋਂ ਤੁਸੀਂ ਆਪਣੀ, ਕਿਉਂਕਿ ਗੁਰੂ ਸਾਹਿਬ ਬਾਰੇ ਤੁਹਾਡੇ ਤੋਂ ਆਸਾਂ ਬੜੀਆਂ ਸੀਗੀਆਂ, ਇਹ ਗੱਲ ਪਹਿਲੇ ਤੋਂ ਸਾਨੂੰ ਮਤਲਬ ਇੱਕ ਵਧੀਆ ਪਲੇਟਫਾਰਮ ਦਿੱਤਾ ਹੈ। ਹਾਂਜੀ। ਅਕਾਲ ਤਖਤ ਸਾਹਿਬ ਹਾਂਜੀ ਔਰ ਸੰਗਤ ਜੀ, ਤੇ ਅਸੀਂ ਇਸ ਪਲੇਟਫਾਰਮ ਨੂੰ ਇਕੱਠੇ ਹੋਣ ਵਾਸਤੇ ਯੂਜ਼ ਹੀ ਨਹੀਂ ਕਰਦੇ, ਵਰਤਦੇ ਹੀ ਨਹੀਂ ਹੈ ਜੀ। 12 ਸਤੰਬਰ ਨੂੰ ਫੈਡਰੇਸ਼ਨ ਦਾ ਵੀ ਸਥਾਪਨਾ ਵਰਾ ਇੱਥੇ ਇੰਗਲੈਂਡ 'ਚ ਨਹੀਂ, ਇੰਡੀਆ 'ਚ। ਠੀਕ ਹੈ। ਜਿੱਥੇ ਫੈਡਰੇਸ਼ਨ ਦੇ ਵਰਕਰਜ਼ ਜਾਂ ਫੈਡਰੇਸ਼ਨ ਆਗੂ ਬੈਠੇ ਉੱਥੇ ਮਨਾ ਰਹੇ। ਠੀਕ ਹੈ। ਅਸੀਂ ਪਿਛਲੇ ਤੋਂ ਪਿਛਲੇ ਸਾਲ ਸਾਰੀਆਂ ਫੈਡਰੇਸ਼ਨਾਂ ਨੂੰ ਕਿਹਾ ਵੀ ਇਕੱਠੇ ਹੋ ਕੇ ਆਪਾਂ ਇੱਕ ਸਮਾਗਮ ਦਮਦਮਾ ਸਾਹਿਬ ਕਰਦੇ ਹਾਂ, ਲੇਕਿਨ ਨਹੀਂ ਕਾਮਯਾਬ ਹੋ ਸਕੇ ਜੀ। ਨਹੀਂ, ਮਤਲਬ ਕਾਮਯਾਬੀ ਨਹੀਂ ਮਿਲੀ, ਸਾਨੂੰ ਕਾਮਯਾਬੀ ਨਹੀਂ ਮਿਲੀ, ਕਿਉਂਕਿ ਵੱਖ-ਵੱਖ ਤੁਹਾਡੇ ਜਿਹੜੇ ਉਹ ਆਪਣੀ ਵੱਖਰੇ ਘੱਟੋ ਘੱਟ ਅਸੀਂ ਫੈਡਰੇਸ਼ਨ ਦਾ ਸਥਾਪਨਾ ਵਰਾ ਤਾਂ ਇਕੱਠੇ ਹੋ ਕੇ ਮਨਾ ਲਈਏ, ਕੁਛ ਨਾ ਕਰੀਏ, ਇਕੱਠੇ ਹੋਈਏ, ਬੈਠੀਏ, ਦਿਨ ਬਣਾ ਲਈਏ, ਦੀਵਾਨ ਸਜੇ, ਤੁਸੀਂ ਬੋਲੋ, ਵਿਚਾਰ ਰੱਖੋ, ਫੈਡਰੇਸ਼ਨ ਦਾ ਸੁਨਹਿਰਾ ਇਤਿਹਾਸ ਦੱਸੋ, ਫੈਡਰੇਸ਼ਨ ਦੀਆਂ ਪ੍ਰਾਪਤੀਆਂ ਦੱਸੋ, ਫੈਡਰੇਸ਼ਨ ਦਾ ਗੁਰੂ ਖਾਲਸਾ ਪੰਥ ਲਈ ਪਾਇਆ ਯੋਗਦਾਨ ਦੱਸੋ, ਇਕੱਠੇ ਬੈਠ ਕੇ ਪੰਗਤ 'ਚ ਪ੍ਰਸ਼ਾਦਾ ਛਕਦੇ। ਆਪਣੇ ਧੜੇ ਦੀ ਗੱਲ ਨਾ ਕਰੋ, ਔਨ ਦ ਹੋਲ ਗੱਲ ਕਰ ਲਓ। ਹਾਂਜੀ, ਨਹੀਂ ਕਾਮਯਾਬੀ ਮਿਲੀ ਜੀ ਪਿਛਲੇ ਸਾਲ। ਇਹੀ ਗੱਲ ਅਕਾਲੀ ਦਲ ਦੇ ਧੜਿਆਂ ਤੇ ਵੀ ਲਾਗੂ ਹੋ ਸਕਦੀ ਹੈ। ਹਾਂ, ਜਿਹੜੀ ਸਾਡੀ ਨਹੀਂ ਹੋ ਸਕੀ ਨਾ। ਹਾਂ, ਮਤਲਬ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਯਤਨ 1999 ਦੇ ਵਿੱਚ ਹੋਇਆ ਹੀ ਸੀ ਨਾ ਜੀ। ਕੀ ਬਣਿਆ ਸੀ ਸਵਾਏ ਜ਼ਲਾਲਤ ਤੋਂ? ਇਹ ਚੀਜ਼ਾਂ ਹੈਗੀਆਂ ਨੇ ਜੀ, ਇਹ ਸਮੱਸਿਆਵਾਂ ਹੈਗੀਆਂ ਨੇ ਜੀ। ਜਦੋਂ ਤੁਸੀਂ ਜਿਹੜੀ ਗੱਲ ਬੜੀ, ਮੈਂ ਤਾਂ ਤੁਹਾਡਾ ਦਰਦ ਜਿਹੜਾ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਅਹੁਦਿਆਂ ਨੂੰ, ਇਹਨਾਂ ਰੁਤਬਿਆਂ ਨੂੰ, ਜਿਹੜੇ ਸ਼ਾਨਾ ਮੱਤੇ ਰੁਤਬੇ ਸੀ, ਸਿਆਣੇ ਬੰਦੇ ਲੈਣ ਤੋਂ ਇਨਕਾਰੀ ਹੋ ਜਾਣਗੇ। ਇਹ ਹੋ ਹੀ ਜਾਣਾ ਜੀ, ਹੋਈ ਜਾ ਰਿਹਾ, ਦਿਨੋਂ ਦਿਨ ਹੋਈ ਜਾ ਰਿਹਾ। ਅੱਜ ਕਿਸੇ ਨੂੰ ਵੀ ਕੋਈ ਕਹੇ ਕਿ ਦੇਖੋ, ਜਿਹੜਾ ਬੰਦਾ ਕਹਿੰਦਾ ਮੈਂ ਛੱਡ ਕੇ ਦੇਖੋ ਤੁਸੀਂ ਕੀ ਇਹ ਤੋਂ ਲੈਣਾ ਹੈਗਾ, ਬੰਦਾ ਪਾਸੇ ਹੋ ਕੇ ਪਤਾ ਜਦੋਂ ਉੱਥੇ ਚਲ ਗਿਆ ਉਦੋਂ ਬਾਅਦ ਫਿਰ ਕੀ ਆ, ਵੀ ਜੇ ਕੋਈ ਉੱਥੇ ਬਣ ਗਿਆ ਤੇ ਉਦੋਂ ਬਾਅਦ ਕੀ ਆ ਫਿਰ। ਤੇ ਜਦੋਂ ਬੰਦਾ ਗਾਂ ਦਾ ਦੇਖਣ ਲੱਗ ਪੈਂਦਾ ਵੀ ਉਦੋਂ ਬਾਅਦ ਕੀ ਆ, ਤੇ ਫਿਰ ਬੰਦਾ ਕਹਿੰਦਾ ਨਹੀਂ ਇਹ ਤਾਂ ਜਿਹੜਾ ਇਹਦਾ ਐਂਡ ਨਹੀਂ ਠੀਕ ਹੈਗਾ, ਤੇ ਇਹਨੂੰ ਰਹਿ ਕੇ ਦੇਖੋ। ਇਹ ਤਾਂ ਇਸ ਗੱਲ ਨੂੰ ਬਿਲਕੁਲ ਇਹਨਾਂ ਅਹੁਦਿਆਂ ਨੂੰ ਸ਼ਾਨਾ ਮੱਤਾ ਰੱਖਣ ਦੇ ਲਈ, ਇਹਨਾਂ ਸੰਸਥਾਵਾਂ ਨੂੰ ਸ਼ਾਨਾ ਮੱਤਾ ਰੱਖਣ ਦੇ ਲਈ ਇਹ ਕੀ ਕਰਨਾ ਚਾਹੀਦਾ ਸਾਨੂੰ? ਸਾਰਾ ਕੁਝ ਦੇਖੋ, ਸਾਡੇ ਚਿੰਤਕਾਂ ਨੂੰ, ਸਾਡੇ ਵਿਦਵਾਨਾਂ ਨੂੰ, ਸਾਡੇ ਪ੍ਰਚਾਰਕਾਂ ਨੂੰ ਜ਼ਰੂਰ ਹੰਭਲਾ ਮਾਰਨਾ ਚਾਹੀਦਾ ਹੈ। ਜੇ ਅਸੀਂ ਪਰ ਹੁਣ ਪ੍ਰੋਬਲਮ ਹੈ ਕਿ ਜਿਹੜੇ ਪ੍ਰਚਾਰਕਾਂ ਨੇ ਸੰਗਤ ਨੂੰ ਸਮਝਾਉਣਾ ਸੀ,
ਉਹਨਾਂ ਪ੍ਰਚਾਰਕਾਂ ਨੇ ਅਕਾਲ ਤਖਤ ਸਾਹਿਬ ਨੂੰ ਮਤਲਬ ਟੱਚ ਸਮਝਿਆ ਤੇ ਅਕਾਲ ਤਖਤ ਸਾਹਿਬ ਦੇ ਮਜ਼ਾਕ ਉਡਾਏ ਸੰਸਾਰ ਦੇ ਵਿੱਚ ਜੀ। ਤੇ ਪ੍ਰਚਾਰਕ ਹੀ ਸੰਗਤ ਨੂੰ ਸਮਝਾਉਂਦਾ ਹੁੰਦਾ ਤੇ ਪ੍ਰਚਾਰਕ ਹੀ ਜਦੋਂ ਸਾਡੀ ਸੰਸਥਾ ਨੂੰ ਜਿਹੜਾ ਹੈਗਾ ਉਹ ਡੈਮੇਜ ਕਰ ਰਿਹਾ ਤੇ ਫਿਰ ਕੌਣ ਸਮਝਾਊਗਾ ਜੀ? ਕੀ ਕਰਾਂਗੇ ਜੀ? ਇਹ ਸਾਰੀ ਹਾਲਾਤ ਦੇ ਵਿੱਚ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਵਿੱਖ ਕਿਹੋ ਜਿਹਾ ਸਮਝਦੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਾਰੋ ਮਦਾਰ ਹੈ ਜੀ, ਹਾਂਜੀ, ਉਹ ਤਾਂ ਉਹਨੂੰ ਜੇ ਇੰਡਾਇਰੈਕਟਲੀ ਦੇਖੀਏ ਸੈਂਟਰ ਗਵਰਨਮੈਂਟ ਦਾ ਮਤਲਬ ਜਿਹੜਾ ਅਦਾਰਾ ਹੀ ਹੈ। ਨਹੀਂ ਕਾਨੂੰਨ ਅਦਾਰਾ ਨਹੀਂ ਮੈਂ ਕਹਾਂਗਾ, ਉਹਦੇ ਕਾਨੂੰਨ ਦਾ ਵਿਚਾਰ ਰਿਹਾ। ਹਾਂ ਕਾਨੂੰਨ ਹੈਗਾ ਉਹ ਇਲੈਕਸ਼ਨ ਜੇ ਕਰਾਉਣ ਨਾ ਤਾਂ 10 ਸਾਲ ਹੋਰ ਨਾ ਕਰਾਉਣ, ਜੇ ਕਰਾ ਦੇਣ ਤਾਂ ਕੱਲ੍ਹ ਕਰਾ ਦੇਣ, ਉਹਦਾ ਤਾਂ ਉਹਤੇ ਨਿਰਭਰ ਕਰਦਾ ਜੀ ਠੀਕ ਕੀ ਹੋਣਾ ਹੈ ਕੀ ਨਹੀਂ ਹੋਣਾ। ਦਿੱਲੀ ਕਮੇਟੀ ਦੇ ਵੀ ਦਿੱਲੀ ਕਮੇਟੀ ਦੀ ਇਲੈਕਸ਼ਨ ਵੀ ਉਸੇ ਕਾਨੂੰਨ ਮੁਤਾਬਕ ਹੀ ਹੁੰਦੀ ਆ। ਉਹਨਾਂ ਦਾ ਵੱਖਰਾ, ਦਿੱਲੀ ਕਮੇਟੀ ਦਾ ਵੱਖਰਾ ਐਕਟ ਹੈ। ਹਾਂਜੀ ਹਾਂਜੀ, SCPC ਦਾ ਐਕਟ ਵੱਖਰਾ ਜੀ ਜੀ। ਇਹ 1925 ਦਾ ਪਰ ਗੁਰਦੁਆਰਾ ਦਿੱਲੀ ਕਮੇਟੀ ਦੀ ਟਾਈਮ ਸਿਰ ਹੋਈ ਜਾ ਰਹੀ ਹੈ ਹਾਲੇ ਤੱਕ। ਹੋ ਜਾਂਦੀਆਂ ਜੀ ਉੱਥੇ, ਤੇ ਇਹਦੇ ਕੋਈ ਪ੍ਰੋਵੀਜ਼ਨ ਨਹੀਂ ਕਿਉਂਕਿ ਸ਼੍ਰੋਮਣੀ ਕਮੇਟੀ ਵੱਡੀ ਸੰਸਥਾ ਸਿੱਖਾਂ ਦੀ, ਤੇ ਇਹਨੂੰ ਵੀ ਕਮਜ਼ੋਰ ਕਰਨ ਦਾ ਯਤਨ ਹੀ ਹੈ ਜੀ ਜੀ। ਤੇ ਉਹ ਹੋ ਰਿਹਾ ਜੀ। ਤੇ ਸੰਸਥਾ ਇਕੱਲੇ ਅਕਾਲ ਤਖਤ ਸਾਹਿਬ ਨਹੀਂ, ਜਿੰਨੀਆਂ ਸਾਡੀਆਂ ਸੰਸਥਾਵਾਂ ਇੰਗਲੈਂਡ ਦੀ ਜੇ ਆਪਾਂ ਗੱਲ ਕਰੀਏ, ਇੰਗਲੈਂਡ ਦੇ ਵਿੱਚ ਜੇ ਸਾਡੀਆਂ ਗੁਰਦੁਆਰਾ ਕਮੇਟੀਆਂ ਨੇ, ਵੱਡੇ ਗੁਰਦੁਆਰਾ ਸਾਹਿਬ ਹੈ ਜਾਂ ਉਹਨਾਂ ਦੀਆਂ ਕਮੇਟੀਆਂ ਨੇ, ਉਹਨਾਂ ਦਾ ਇੱਕ ਪ੍ਰਬੰਧ ਹੈ, ਤੇ ਜੇ ਅਸੀਂ ਉਸ ਪ੍ਰਬੰਧ ਦੀ ਅਸੀਂ ਕ੍ਰੈਡੀਬਿਲਿਟੀ ਨੂੰ ਢਾਹ ਲਾਵਾਂਗੇ ਤੇ ਉਹ ਪ੍ਰਬੰਧ ਕਮਜ਼ੋਰ ਹੋਊਗਾ ਤੇ ਅਸੀਂ ਵੀ ਕਮਜ਼ੋਰ ਹੋਵਾਂਗੇ ਨਾ। ਅੱਜ ਜੇ ਅਸੀਂ ਫਰਜ਼ ਕਰੋ ਸਾਊਥਹਾਲ ਗੁਰਦੁਆਰਾ ਹੈ ਜਾਂ ਇਸ ਦਾ ਵੱਡਾ ਗੁਰਦੁਆਰਾ ਹੈ ਇੱਥੇ ਇਸੇ ਮਤਲਬ, ਤੇ ਉੱਥੋਂ ਦੇ ਜੇ ਪ੍ਰਧਾਨ ਸਟਰੋਂਗ ਹੈ, ਅਸੀਂ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਹਾਂ ਤੇ ਸਰਕਾਰੀ ਦਰਬਾਰੇ ਸਾਨੂੰ ਕੋਈ ਲੋੜ ਪੈਂਦੀ ਹੈ ਤੇ ਉਹ ਗੱਲ ਤਾਂ ਕਰ ਸਕਦਾ ਨਾ, ਤੇ ਸਰਕਾਰ ਵੀ ਸੁਣੂਗੀ ਭਾਈ ਸਿੱਖਾਂ 'ਚ ਤਾਂ ਅਸਰ ਸੂਖ ਹੈ। ਤੇ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਸਿੱਖ ਤਾਂ ਆਪ ਇਹਨੂੰ ਗਾਲਾਂ ਕੱਢਦੇ ਨੇ ਤੇ ਉਹ ਸਰਕਾਰ ਉਹਦੀ ਕਿਉਂ ਸੁਣੂਗੀ? ਬਿਲਕੁਲ, ਦੇਸ਼ਾਂ ਵਿਦੇਸ਼ਾਂ ਸਾਰੇ ਬੰਨੇ ਕਿਉਂ ਸੁਣੂਗੀ ਸਰਕਾਰ ਉਹਨਾਂ ਦੀ? ਹੋਇਆ ਅਗਲਾ ਕਹੂਗਾ 70% ਸਿੱਖ ਤਾਂ ਪ੍ਰਧਾਨ ਹੀ ਨਹੀਂ ਮੰਨਦੇ ਇਹਨੂੰ, ਠੀਕ ਹੈ ਨਾ ਜੀ, ਤੇ ਅਸੀਂ ਇਹਦੀ ਗੱਲ ਕਿਉਂ ਸੁਣਾਂਗੇ? ਤਾਂ ਉਵੇਂ ਸਾਡੀਆਂ ਸੰਸਥਾਵਾਂ ਨੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚੀਫ ਖਾਲਸਾ ਦੀਵਾਨ ਹੈ, ਤੇ ਜੋ ਜਿੰਨੀਆਂ ਵੀ ਹੈ ਸਿੰਘ ਸਭਾ ਹੈ, ਸੰਪਰਦਾਵਾਂ ਨੇ ਸਾਡੀਆਂ, ਤੇ ਜੇ ਅਸੀਂ ਇਹਨਾਂ ਦੀ ਕ੍ਰੈਡੀਬਿਲਿਟੀ ਨੂੰ ਢਾਹ ਲਾਵਾਂਗੇ ਤੇ ਇਹ ਕਮਜ਼ੋਰ ਹੋਣਗੀਆਂ ਤੇ ਕਿਉਂਕਿ ਆਵਾਜ਼ ਜਿਹੜਾ ਸਿੱਖ ਆਪਣੀਆਂ ਸੰਸਥਾਵਾਂ ਰਾਹੀਂ ਹੀ ਕੋਈ ਵੀ ਕੌਮ ਜੀ ਆਪਣੀ ਆਵਾਜ਼ ਜਿਹੜੀ ਹੈ ਉਹ ਅੰਤਰਰਾਸ਼ਟਰੀ ਮੰਚ ਦੇ ਉੱਤੇ ਆਪਣੀਆਂ ਸੰਸਥਾਵਾਂ ਰਾਹੀਂ ਹੀ, ਇਕੱਲੇ ਦੀ ਆਵਾਜ਼ ਤਾਂ ਸੁਣੀ ਵੀ ਨਹੀਂ ਜਾਂਦੀ, ਇਕੱਲੇ ਦੀ ਆਵਾਜ਼ ਕਿੱਥੋਂ ਸੁਣੀ ਜਾਂਦੀ ਹੈ? ਤੇ ਜੇ ਅਸੀਂ ਆਪਣੇ ਜਿਹੜੇ ਮੰਚ ਹੈ ਜਿੱਥੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ ਜੀ, ਕਿ ਅਸੀਂ ਉਹਨਾਂ ਨੂੰ ਕਮਜ਼ੋਰ ਕਰਤਾ ਤੇ ਫਿਰ ਸਾਡੀ ਆਵਾਜ਼ ਕਿੱਥੇ ਜਾਏਗੀ ਜੀ? ਜੀ। ਤੁਸੀਂ ਉੱਥੇ ਬੈਠੇ ਕਿਉਂਕਿ ਤੁਸੀਂ ਜਦੋਂ ਉੱਚੇ ਬਾਬਾ ਫਰੀਦ ਜੀ ਦੀ ਗੱਲ ਉੱਚੇ ਚੜ੍ਹ ਕੇ ਦੇਖਿਆ ਘਰ ਰਿਹਾ, ਜਦੋਂ ਚੜ੍ਹ ਕੇ ਉੱਤੇ ਥਾਂ 'ਤੇ ਬੈਠਦੇ ਹੋ ਤੁਸੀਂ, ਤੁਹਾਨੂੰ ਜ਼ਿਆਦਾ ਦਿਸਦਾ ਹੁੰਦਾ ਆਲੇ ਦੁਆਲਾ। ਕਿਸਾਨ ਸੰਘਰਸ਼ ਬਾਰੇ ਕੀ ਹੋਊਗਾ, ਇਹਦੇ ਬਾਰੇ ਕੀ ਸੋਚਦੇ ਹੋ? ਕੋਈ ਪਤਾ ਨਹੀਂ ਜੀ ਹਜੇ, ਕਿਉਂਕਿ ਗੌਰਮੈਂਟ ਦਾ ਰਵੱਈਆ ਜਿਹੜਾ ਹੈਗਾ ਉਹ ਬਹੁਤ ਠੀਕ ਨਹੀਂ ਹੈ। ਠੀਕ ਇਸ ਕਰਕੇ ਨਹੀਂ ਹੈ ਕਿਉਂਕਿ ਗੱਲਬਾਤ ਹੀ ਬੰਦ ਕਰਤੀ ਹੈ ਜੀ ਗੌਰਮੈਂਟ ਨੇ ਜੀ, ਤੇ ਮਸਲੇ ਦਾ ਹੱਲ ਤਾਂ ਗੱਲਬਾਤ ਨਾਲ ਹੀ ਹੋਣਾ ਹੈ, ਤੇ ਜੇ ਗੱਲਬਾਤ ਹੀ ਬੰਦ ਹੋ ਗਈ ਹੈ ਜਾਂ ਗੱਲਬਾਤ ਬੰਦ ਕਰਤੀ ਇਹਦਾ ਮਤਲਬ ਉਹ ਹੱਲ ਨਹੀਂ ਕਰਨਾ ਚਾਹੁੰਦੇ ਜੀ, ਤੇ ਬੜਾ ਮਤਲਬ ਔਖਾ ਮਾਹੌਲ ਹੈ, ਔਖੀ ਗੱਲ ਹੈ। ਕਿਉਂਕਿ ਅਸੀਂ ਧਰਮ ਯੁੱਧ ਮੋਰਚਾ ਦੇਖਿਆ ਹੋਇਆ, ਹਾਂਜੀ, ਬਹੁਤ ਨੇੜੇ ਰਹਿ ਕੇ ਦੇਖਿਆ। ਧਰਮ ਯੁੱਧ ਮੋਰਚੇ ਨਾਲ ਵੱਡਾ ਸ਼ਾਇਦ ਮੋਰਚਾ ਦੁਨੀਆ ਭਰ 'ਚ ਨਾ ਕਦੀ ਲੱਗਾ ਹੋਵੇ। 2.5 ਲੱਖ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਸੀ, ਜਿਹੜਾ 2.5 ਸਾਲ ਮੋਰਚਾ ਚੱਲਿਆ ਸੀ। ਜਿਹੜਾ ਧਰਮ ਯੁੱਧ ਮੋਰਚਾ ਨਾ ਜੀ, ਹਾਂਜੀ, ਉਹਦਾ ਫੇਲਰ ਜਿਹੜਾ ਹੈਗਾ ਮੇਨ ਇਹ ਹੈ ਕਿ ਉਹ ਲੰਬਾ ਚੱਲਿਆ ਜੀ। ਇੱਕ ਫੇਲਰ ਹਾਂਜੀ, ਕਿ ਉਹ ਲੰਬਾ ਚੱਲਿਆ। ਜੀ ਹਾਂ, ਜਦੋਂ ਕੋਈ ਵੀ ਅੰਦੋਲਨ ਲੰਬਾ ਹੋ ਜਾਂਦਾ ਨਾ, ਹਾਂਜੀ, ਤੇ ਉਹ ਫਿਰ ਉਹਦਾ ਕਮਜ਼ੋਰ ਹੋਣਾ ਸੁਭਾਵਿਕ ਹੋ ਜਾਂਦਾ। ਕਿਸਾਨ ਮੋਰਚੇ ਨਾਲ ਵੀ ਉਹ ਗੱਲ ਹੋ ਰਹੀ, ਇਹ ਵੀ ਹੁਣ ਲੰਬਾ ਖਿੱਚਿਆ ਜਾ ਰਿਹਾ ਜੀ। ਹਾਂਜੀ, ਇਹੀ ਮੈਂ ਗੱਲ ਕਹਿ ਰਿਹਾ ਸੀ, ਕਹਿਣ ਲੱਗਾ ਸੀ। ਪਾਲਿਸੀ ਇਹੀ ਹੈ ਕਿ ਜਿਨ੍ਹਾਂ ਨੂੰ ਲੰਬਾ ਖਿੱਚਾਂਗੇ ਤੇ ਉਹਨਾਂ ਕਮਜ਼ੋਰ ਹੋਊਗਾ। ਇਸੇ ਕਰਕੇ ਸਰਕਾਰ ਨੇ ਗੱਲਬਾਤ ਬੰਦ ਕਰਤੀ ਹੈ ਜੀ, ਗੱਲਬਾਤ ਹੀ ਨਹੀਂ ਕਰ ਰਹੀ ਜੀ। ਸੋ ਸਰਕਾਰ ਦਾ ਪੂਰਾ ਜ਼ੋਰ ਹੈ ਵੀ ਕਿਸ ਤਰ੍ਹਾਂ ਨੂੰ ਉਧਰ ਨੂੰ ਹਾਲਾਤ ਬਣਾ ਕੇ ਫੇਲ ਕੀਤੇ ਜਾਣ। ਲੰਬਾ ਖਿੱਚੋ ਜੀ, ਲੰਬਾ ਖਿੱਚੋ। ਹਾਂਜੀ, ਹਾਂਜੀ। ਅਕਸਰ ਬੰਦਿਆਂ ਦੀਆਂ ਵੀ ਸੀਮਾਵਾਂ ਹੁੰਦੀਆਂ ਨੇ ਨਾ ਜੀ। ਹੁਣ ਸੀਮਾਵਾਂ, ਸਮਰੱਥਾ, ਸਾਰਾ ਕੁਝ। ਹਾਂ, ਅੱਜ ਮਤਲਬ ਅਸੀਂ ਲੱਖ ਬੰਦਾ ਇਕੱਠਾ ਹੋ ਗਿਆ, ਕੱਲ੍ਹ ਨੂੰ 2 ਲੱਖ ਬੰਦਾ ਇਕੱਠਾ ਹੋ ਗਿਆ, ਪਰਸੋਂ 5 ਲੱਖ ਬੰਦਾ ਇਕੱਠਾ ਹੋ ਗਿਆ, 10 ਲੱਖ। ਪਰ ਕਿੰਨਾ ਚਿਰ? ਕਿਉਂਕਿ ਹਰ ਇੱਕ ਦੇ ਪਰਿਵਾਰ ਹੈ, ਹਰ ਇੱਕ ਨੇ ਆਪਣੇ ਕਾਰੋਬਾਰ ਵੀ ਦੇਖਣੇ, ਤੇ ਇਹੋ ਹੀ ਮੇਰੇ ਕੋਲ ਸ਼ਾਇਦ ਲੱਗਦਾ ਗੌਰਮੈਂਟ ਦੀ ਇਹੋ ਸਟ੍ਰੈਟਜੀ ਹੈ ਕਿ ਇਹਨੂੰ ਲੰਬਾ ਚਲਾਓ।
ਕਿਉਂਕਿ ਵੱਖ-ਵੱਖ ਸੂਬਿਆਂ ਦੇ ਲੋਕ ਜੁੜੇ ਹੋਏ ਆ, ਹਰ ਕੋਈ ਆਪੋ ਆਪਣੇ ਹਿੱਤ ਵੀ ਹੈਗੇ ਆ, ਕੋਈ ਜਿੱਦਾਂ ਹਿੱਤ ਕਿਸੇ ਦੇ ਹੋਣਗੇ ਉੱਦਾਂ ਦਾ ਪਾਸੇ ਵੀ ਹੋ ਸਕਦੇ, ਕੁਝ ਇੱਦਾਂ ਲੱਗਦਾ ਸਰਕਾਰ ਨੂੰ ਇੱਦਾਂ ਕੁਛ ਲੱਗਦਾ ਹੈਗਾ ਆ। ਚਲੋ ਆਪਾਂ ਪੰਜਾਬ ਦੀ ਗੱਲ ਛੱਡ ਕੇ ਇੰਗਲੈਂਡ 'ਚ ਆ ਜਾਈਏ ਹੁਣ ਦੁਬਾਰਾ। ਫਿਰ ਤੁਸੀਂ ਇੱਥੇ ਆਏ ਹੋ ਇੰਗਲੈਂਡ 'ਚ, ਤੁਹਾਡਾ ਆਉਣਾ ਜੀ ਆਇਆ ਇਹ ਕਿਸ ਮਕਸਦ ਲਈ ਆਇਆ? ਸਮਾਗਮ ਹੈ ਸਾਰਾਗੜੀ 12 ਸਤੰਬਰ 1897 ਨੂੰ ਜਿਹੜੀ ਲੜਾਈ ਹੋਈ ਸੀ ਸਾਰਾਗੜੀ ਦੇ ਵਿੱਚ। ਹਾਂਜੀ। ਤੇ ਪੰਜਾਬ ਦੇ ਵਿੱਚ ਤਾਂ ਹਰ ਸਾਲ ਹੀ ਇਹ ਸਮਾਗਮ ਹੁੰਦੇ ਨੇ ਸਾਰਾਗੜੀ ਦੇ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰਦੀ ਸਮਾਗਮ ਰਹੀ ਹੈ, ਵੱਡੇ ਸਮਾਗਮ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ। ਜੀ ਜੀ। ਸਾਰਾਗੜੀ ਦੇ ਨਾਮ ਦੇ ਉੱਤੇ ਸਰਾਂ ਵੀ ਬਣਾਈ ਹੈ ਜੀ। ਤੇ ਉਹ ਸਾਰਾਗੜੀ ਦੇ ਜਿਹੜੇ ਯਾਦ ਦੇ ਵਿੱਚ ਹੀ ਸਮਾਗਮ ਹੈ, ਉਸ ਸਮਾਗਮ 'ਚ ਸ਼ਾਮਲ ਹੋਣ ਵਾਸਤੇ ਇੱਥੇ ਆਏ ਆ ਜੀ। ਪਰ ਉਹ ਜਿਹੜੀਆਂ ਕੋਈ ਇੱਥੋਂ ਦੀਆਂ ਕੋਵਿਡ ਦੀਆਂ ਜਿਹੜੀਆਂ ਕੋਈ ਨਿਯਮ ਹੈ ਸਿਹਤ ਦੇ, ਉਹ ਹਾਂਜੀ, ਉਹਨਾਂ ਨੂੰ ਵੀ ਫਾਲੋ ਕਰਨਾ ਬੜਾ ਅਹਿਮ ਹੈ। ਠੀਕ ਹੈ। ਹੁਣ ਉਹ ਕੀ ਉਹ ਨਿਯਮ ਆਗਿਆ ਦਿੰਦੇ ਆ, ਮੈਨੂੰ ਤਾਂ ਇਹੋ ਹੀ ਕਿਹਾ ਸੀਗਾ ਕਿ ਜਿਹੜਾ ਜਦੋਂ ਤੁਸੀਂ ਨੈਗੇਟਿਵ ਹੋ ਜਾਂਦੇ ਹੋ ਤੇ ਉਸ ਤੋਂ ਬਾਅਦ ਮਤਲਬ ਕੋਈ ਦਿੱਕਤ ਨਹੀਂ ਹੈ ਜੀ। ਪ੍ਰਬੰਧਕ ਨੂੰ ਪਤਾ ਹੈਗਾ ਕਿ ਕੀ ਉਹਦਾ ਨਿਯਮ ਹੈ ਸਰਕਾਰ ਦੇ, ਕੀ ਨਿਯਮ ਹੈ ਇੱਥੋਂ ਦੀ ਦੇ, ਹਾਂਜੀ, ਕੀ ਲਾਓ ਹੈ, ਕੀ ਹਾਂਜੀ, ਬਿਲਕੁਲ ਪ੍ਰੀਕਾਸ਼ਨ ਤਾਂ ਰੱਖਣੇ ਪੈਂਦੇ। ਆਪਾਂ ਵੀ ਹੁਣ ਪੂਰੀ ਤਰ੍ਹਾਂ ਪ੍ਰੀਕਾਸ਼ਨ ਰੱਖ ਕੇ ਬੈਠੇ ਆ, ਉਹ ਜ਼ਰੂਰੀ ਇਹ ਚੈੱਕ ਕਰਕੇ ਸਾਰਾ ਕੁਝ ਕਰਕੇ ਆਪਣੀ ਇੱਕ ਦੂਰੀ ਰੱਖ ਕੇ ਸਾਰਾ ਕੁਝ। ਹਾਂਜੀ, ਸਰਕਾਰ ਨੇ ਸਟਰਕਚਰ ਬਣਾਇਆ ਹੈਗਾ, ਹਾਂਜੀ, ਜੋ ਨਿਯਮਾਵਲੀ ਬਣਾਈ ਹੈ ਭਾਰਤ ਸਰਕਾਰ ਨੇ ਬਣਾਈ ਹੈ, ਤੇ ਫਾਲੋ ਕਰਦੇ ਆ ਇੱਥੇ ਵੀ, ਮਤਲਬ ਫਾਲੋ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਵਾਸਤੇ ਹੀ ਹੈ ਜੀ, ਇਹ ਜ਼ਰੂਰੀ ਹੈ। ਸਾਰਾਗੜੀ ਦਾ ਜਿਹੜਾ ਸਾਕਾ 1897 ਚ ਹੋਇਆ, ਬੜੀ ਬਹਾਦਰੀ ਦੀ ਗੱਲ ਸੀ ਕਿ ਸਾਡੇ 21 ਜਵਾਨਾਂ ਨੇ 10-12 ਹਜ਼ਾਰ ਦਾ ਮੁਕਾਬਲਾ ਕੀਤਾ। ਉੱਥੇ ਉਹਦੀ ਗੱਲ ਵੀ ਹੋਈ, ਦੁਨੀਆ ਭਰ 'ਚ ਗੱਲ ਹੋਈ, ਸਿੱਖ ਬਹਾਦਰੀ ਦੀ, ਸਿੱਖ ਸੂਰਬੀਰਤਾ ਜਿਹੜੀ ਸੀ ਉਹਦੀ ਗੱਲ ਹੋਈ। ਦੁਨੀਆ ਭਰ 'ਚ ਸਿੱਖ ਉਹਦੇ ਨਾਲ ਜਾਣੇ ਗਏ। ਇਹ ਯੂਰਪ ਦੇ ਦੇਸ਼ਾਂ 'ਚ ਸਿੱਖਾਂ ਬਾਰੇ ਪੜ੍ਹਿਆ ਜਾਣ ਲੱਗਾ। ਉਸ ਤੋਂ ਬਾਅਦ ਵੀ ਕਿਹੜੀ ਕੌਮ ਹੈ ਜਿਹੜੀ 21 ਬੰਦੇ ਇੰਨਿਆਂ ਨੂੰ ਮੂਹਰੇ ਹਟ ਸਕਦੇ ਆ। ਉਹ ਸਾਡੇ ਲਈ ਇੱਕ ਤਰ੍ਹਾਂ ਦੀ ਮਾਣਮੱਤੀ ਗੱਲ ਸੀ, ਕੋਈ ਸ਼ੱਕ ਨਹੀਂ। ਪਰ ਆ ਪਿਛਲੇ ਕੁ ਦਿਨਾਂ ਦੇ ਵਿੱਚ ਹੀ, ਪਿਛਲੇ 2-4-5 ਸਾਲਾਂ ਦੇ ਵਿੱਚ ਹੀ ਸਾਰਾਗੜੀ ਦੀ ਗੱਲ ਏਡੀ ਵੱਡੀ ਕਿਉਂ ਹੋਣ ਲੱਗੀ ਆ? ਫਿਲਮ ਵੀ ਬਣੀ ਆ, ਜਿਹੜੇ ਟੈਲੀਵਿਜ਼ਨ ਦੇ ਉੱਤੇ TV ਸੀਰੀਅਲ ਵੀ ਆਏ ਆ ਵੱਡੇ ਵੱਡੇ। ਕੀ ਮਹਿਸੂਸ ਕਰਦੇ? ਮੇਰੇ ਖਿਆਲ ਨਾਲ ਜਦੋਂ ਕੋਈ ਵੀ ਜਿਵੇਂ ਯਾਨੀ ਅਮਰੀਕਾ ਕੈਨੇਡਾ ਤੋਂ ਲੈ ਕੇ ਜਿਵੇਂ ਦੁਨੀਆ ਸਾਰੀ ਸਰਦਾਰ ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਜਿਹੜੀਆਂ ਸੀ, ਹਾਂਜੀ, ਤੇ ਉਹਨੂੰ ਮਤਲਬ ਬਹੁਤ ਘੱਟ ਲੋਕ ਜਾਣਦੇ ਸੀ। ਹਾਂਜੀ। ਪਰ ਜਦੋਂ ਉਹਦੀ ਫਿਲਮ ਬਣ ਗਈ, ਸਰਦਾਰ ਮਿਲਖਾ ਸਿੰਘ ਦੇ ਫਿਲਮ ਬਣੀ ਸੀਗੀ, ਹਾਂਜੀ, ਤੇ ਉਹ ਮਿਲਖਾ ਸਿੰਘ ਸਾਰੀ ਦੁਨੀਆ 'ਚ ਜਾਣੇ ਗਏ ਜੀ। ਸਰਦਾਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਕੌਣ ਜਾਣਦਾ ਸੀ? ਸਿੱਖ ਨਹੀਂ ਸੀ ਜਾਣਦੇ, ਲੇਕਿਨ ਜਦੋਂ ਬਾਰਡਰ ਫਿਲਮ ਆਈ ਤੇ ਉਹ ਸਰਦਾਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸਾਰੀ ਦੁਨੀਆ 'ਚ ਸਾਡੇ ਜ਼ਿਲ੍ਹੇ ਦਾ ਸੀ ਜੀ, ਨੇੜੇ ਸੀ ਸਾਡੇ, ਪਰ ਨਹੀਂ ਜਾਣਦੇ। ਸਹੀ ਗੱਲ। ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ, ਭਾਵੇਂ ਕਿ ਸਾਰਾ ਫਿਲਮ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਜਿਹੜਾ ਕੋਈ ਸੱਚ ਨਹੀਂ ਹੋ ਸਕਦਾ, ਲੇਕਿਨ ਉਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹ ਜਾਣਨ ਦੀ ਉਤਸੁਕਤਾ ਵਧੀ ਕਿ ਕੀ ਹੋਇਆ। 12 ਤੋਂ 18 ਹਜ਼ਾਰ ਦੇ ਵਿੱਚ ਉਹ ਪਠਾਨ ਸੀਗੇ ਤੇ ਇਹ 21 ਸਿੱਖ ਸੀ। ਹਾਲਾਂਕਿ ਅੰਗਰੇਜ਼ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਇਹਨਾਂ ਨੂੰ ਬੈਕ ਤੇ ਆਉਣ ਦਾ ਵੀ ਬਿਲਕੁਲ ਇਹ ਗੱਲ ਆਦੇਸ਼ ਦਿੱਤਾ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਕਿਸੇ ਨੇ ਇਹ ਥੋੜ੍ਹੀ ਕਹਿਣਾ ਹੈਗਾ ਕਿ ਇੱਥੋਂ ਬ੍ਰਿਟਿਸ਼ ਭਜਾਤੇ ਅਸੀਂ, ਇਹ ਕਹਿਣਾ ਸਿੱਖ ਭਜਾਤੇ ਜੀ। ਸਿੱਖ ਅਫਗਾਨਿਸਤਾਨ 'ਚੋਂ ਭੱਜ ਗਏ ਜੀ, ਤੇ ਉਹ ਡਟੇ। ਚਮਕੌਰ ਸਾਹਿਬ ਦਾ ਇਤਿਹਾਸ ਯਾਦ ਕੀਤਾ ਹੋਣਾ ਵੀ ਜੇ ਸਿੰਘ ਗੁਰੂ ਕੇ 40-10 ਲੱਖ ਫੌਜ ਨਾਲ ਲੜ ਸਕਦੇ ਆ ਤੇ ਅਸੀਂ ਕਿ ਸ਼ਹੀਦ ਹੋ ਜਾਵਾਂਗੇ ਤੇ ਅਫਗਾਨਾਂ ਨਾਲ ਨਹੀਂ ਲੜ ਸਕਦੇ ਜੀ। ਤੇ ਲੜੇ ਉਹ, ਔਰ ਜਿੱਦਾਂ ਲੜੇ ਉਹ ਕਮਾਲ ਬੇਮਿਸਾਲ ਲੜਾਈ ਲੜੀ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਸਿੰਘਾਂ ਦੀ ਲੜਾਈ ਕਾਰਨ ਸਿੱਖ ਦੁਨੀਆ 'ਚ ਜਾਣੇ ਗਏ ਜੀ, ਸੰਸਾਰ 'ਚ ਜਾਣੇ ਗਏ ਜੀ। ਤੇ ਉਹਨਾਂ ਨੂੰ ਫਿਰ ਬ੍ਰਿਟਿਸ਼ ਪਾਰਲੀਮੈਂਟ ਨੇ ਸਟੈਂਡਿੰਗ ਓਵੇਸ਼ਨ ਵਾਲੀ ਗੱਲ ਜਿਹੜੀ ਸੀ ਉਹ ਦਿੱਤੀ ਸੀ। ਭਾਵੇਂ ਉਹ ਬ੍ਰਿਟਿਸ਼ ਲਈ ਲੜੇ, ਹਾਂਜੀ, ਲੇਕਿਨ ਉਹਨਾਂ ਦੇ ਲੜਨ ਦੇ ਨਾਲ ਸਿੱਖਾਂ ਦਾ ਜਿਹੜਾ ਅਕਸ ਦਾ ਜਿਹੜਾ ਇੱਕ ਇਹ ਗੱਲ ਤਾਂ ਜਿਹੜੀ ਇਹ ਗੱਲ ਤਾਂ ਬਿਲਕੁਲ ਉਹ ਵਧੀਆ ਗਈ ਹੈ ਜੀ। ਸਿੱਖ ਨੂੰ ਗੁਰੂ ਸਾਹਿਬ ਨੇ ਕਿਸੇ ਇੱਕ ਦੇਸ਼ ਦਾ ਤਾਂ ਬਣਾਇਆ ਨਹੀਂ। ਸਿੱਖ ਨੇ ਜਿਹੜੇ ਦੇਸ਼ 'ਚ ਰਹਿਣਾ, ਜਿਹੜੇ ਰਾਜ 'ਚ ਰਹਿਣਾ, ਉਹਦਾ ਵਫ਼ਾਦਾਰ ਬਣ ਕੇ ਰਹਿਣਾ। ਦੇਖੋ ਜੇ ਅਸੀਂ ਬ੍ਰਿਟਿਸ਼ ਦੇ ਵਿੱਚ ਇੱਥੇ ਹੁਣ ਹੈਗੇ ਆ, ਅਸੀਂ ਦੇਖੋ ਤੇ ਸਾਡੇ ਬੱਚੇ ਬ੍ਰਿਟਿਸ਼ ਦੀ ਫੌਜ 'ਚ ਭਰਤੀ ਹੁੰਦੇ ਤਾਂ ਬ੍ਰਿਟਿਸ਼ ਨਹੀਂ ਲੜਨਗੇ। ਜਨਰਲ ਹਰਬਖਸ਼ ਸਿੰਘ, ਹਾਂਜੀ, ਜਿਹੜੇ ਸਰਦਾਰ ਅਰਜਨ ਸਿੰਘ, ਏਅਰ ਮਾਰਸ਼ਲ ਸਰਦਾਰ ਕੁਲਦੀਪ ਸਿੰਘ, ਨਿਰਮਲਜੀਤ ਸਿੰਘ ਸੇਖੋਂ, ਹਾਂਜੀ, ਤੇ ਅਸੀਂ ਉਹਨਾਂ ਨੂੰ ਸ਼ਹੀਦ ਹੀ ਮੰਨਦੇ ਹਾਂ ਜੀ। ਹੁਣ ਇਵੇਂ ਬ੍ਰਿਟਿਸ਼ ਦੇ ਵਿੱਚ ਮੁੰਡੇ ਜਿਹੜੇ ਆ ਫੌਜ ਦੇ ਵਿੱਚ ਭਰਤੀ ਹੈ, ਤੇ ਅੱਜ ਬ੍ਰਿਟਿਸ਼ ਰੱਬ ਨਾ ਕਰੇ ਕਿ ਅਫਗਾਨਿਸਤਾਨ ਤੱਕ ਲੜਨ ਗਏ ਤੇ ਸਿੱਖ ਗਏ। ਤੇ ਜੀ ਉੱਥੇ ਸਾਡੇ ਸੰਗਤ ਟੈਲੀਵਿਜ਼ਨ ਦੇ ਮੈਨੇਜਰ ਹੁੰਦੇ ਸੀ ਜਗਮੋਹਨ ਸਿੰਘ ਜੀ, ਪਿਛਲੇ ਤੁਹਾਡੇ ਮਿਲੇ ਵੀ ਸੀ ਤੁਹਾਨੂੰ, ਵਾਹਿਗੁਰੂ ਨਾਲ, ਉਹ ਲੜਕੇ ਆ ਜਾ ਕੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਸਨਮਾਨ ਨਾ ਦੇਵਾਂਗੇ ਜੀ।
ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਨਹੀਂ ਮਾਇਨੇ ਰੱਖਦੀਆਂ। ਔਰ ਇੱਥੇ ਇੱਕ ਗੱਲ ਤਾਂ ਪਤਾ ਲੱਗਦੀ ਵੀ ਸਿੱਖ ਜਿਹੜੇ ਦੇਸ਼ 'ਚ ਰਹਿੰਦਾ ਆ, ਜਿਹੜੇ ਦੇਸ਼ ਦੇ ਵਿੱਚ ਰਹਿੰਦਾ ਆ ਉਹਦੇ ਪ੍ਰਤੀ ਵਫਾਦਾਰ ਹੈ, ਉਹਦੇ ਹਿੱਤਾਂ ਦੇ ਨਾਲ। ਜਿੱਦਾਂ ਜੇ ਪਾਕਿਸਤਾਨ 'ਚ ਸਿੱਖ ਬੈਠਾ ਆ, ਉਹ ਪਾਕਿਸਤਾਨ ਲਈ ਹੀ ਵਫਾਦਾਰ ਹੋਣਾ ਚਾਹੀਦਾ, ਕਿਉਂਕਿ ਉੱਥੋਂ ਦੇ ਅਸੀਂ ਜਿਹਨੇ ਜੇ ਬ੍ਰਿਟਿਸ਼ 'ਚ ਬੈਠਾ ਸਿੱਖ ਤੇ ਇੱਥੋਂ ਦੇ ਲਈ ਵੀ ਵਫਾਦਾਰ ਹੋਣਾ ਚਾਹੀਦਾ, ਕਿਉਂਕਿ ਜਿੱਥੇ ਅਸੀਂ ਬੈਠੇ ਹਾਂ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ, ਆਪਣੇ ਵਿਰਸੇ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ ਉਹਦੇ ਲਈ ਵੀ ਵਫਾਦਾਰ ਰਹਿਣਾ, ਜਿਹੜੀ ਧਰਤੀ ਦਾ ਲੂਣ ਖਾਂਦੇ। ਜੇ ਮੈਂ ਇਹ ਕਹਤਾ ਕਿ ਭਾਰਤ 'ਚ ਰਹਿੰਦੇ ਸਿੱਖਾਂ ਨੂੰ ਭਾਰਤ ਦਾ ਵਫਾਦਾਰ ਰਹਿਣਾ ਚਾਹੀਦਾ ਤੇ ਰੌਲਾ ਫਿਰ ਰੌਲਾ ਪੈ ਜਾਣਾ ਹੈਗਾ। ਪਰ ਇਹ ਗੱਲ ਤਾਂ ਜਾਣੀ ਕਿ ਤੁਹਾਡੀ ਗੱਲ, ਪਰ ਉਹ ਤਾਂ ਹੈ ਹੀ ਨਾ, ਆਪਣੇ ਵਿਰਸੇ ਦੀ ਗੱਲ ਕਰਦੇ ਆਪਾਂ ਨਾਲ ਕਰਕੇ ਇਹ ਗੱਲ। ਸੋ ਸਾਰਾਗੜ੍ਹੀ ਵਾਲੇ ਜਿਹੜੇ ਸਾਖੀ, ਪਰ ਉਹਨਾਂ ਦੇ ਜਿਹੜਾ ਇੱਥੇ ਸਮਾਗਮ ਹੋ ਰਿਹਾ ਹੈਗਾ, ਤੁਸੀਂ ਦੱਸਿਆ ਬੁੱਧ ਲਿਆ ਰਹੇ ਗੁਰਮਤਿ, ਪਰ ਜਿਹੜਾ ਸਟਾਰਸ਼ਿਪ ਹੈ ਉਹਦੇ 'ਚ ਸੀਗਾ ਵੀ ਬੁੱਤ ਦਾ ਉਦਘਾਟਨ ਚੱਲ ਰਿਹਾ ਹੈਗਾ, ਬੁੱਧ ਦਾ ਉਦਘਾਟਨ ਕਰ ਜਿਆ ਤਰ੍ਹਾਂ। ਮੈਂ ਤਾਂ ਉੱਥੇ ਬੋਲਣਾ ਹੈ ਜੀ। ਹਾਂਜੀ, ਤੁਸੀਂ ਤਾਂ ਨਹੀਂ ਕਰਨਾ ਨਾ ਕੋਈ ਉਦਘਾਟਨ? ਪਤਾ ਨਹੀਂ ਹੁਣ ਕੀ ਹੈ। ਹਾਂਜੀ, ਮੈਂ ਕਿਹੜਾ ਰੀਬਨ ਕੱਟਣਾ, ਮੈਂ ਤਾਂ ਰੀਬਨ ਕਿਤੇ ਵੀ ਨਹੀਂ ਕੱਟਦਾ ਹੁੰਦਾ। ਹਾਂਜੀ, ਨਾ ਕੋਈ ਪਰਦਾ। ਤੁਸੀਂ ਤਾਂ ਗੁਰਦੁਆਰੇ ਆ ਰਹੇ ਆ, ਸਾਡੇ ਥੋੜੀ ਕੰਮ ਹੁੰਦੇ ਆ। ਹਾਂਜੀ, ਮਤਲਬ ਰੀਬਨ ਕੱਟਣੇ, ਪਰਦੇ ਹਟਾਉਣੇ। ਹਾਂਜੀ, ਇਹ ਤਾਂ ਗੁਰੂ ਦੀ ਗੱਲ ਕਰਨੀ, ਗੁਰੂ ਦੀ ਗੱਲ ਕਰਨੀ ਹੈ। ਉਹ ਵੀ ਜੇ ਇਹਨਾਂ ਦੇ ਅਲਾਉ ਕਰਨਗੇ ਨਿਯਮ ਕੋਵਿਡ ਕਾਰਨ ਤਾਂ। ਜੀ 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 ਇਸ ਸਾਰੀ ਹਾਲਾਤ ਦੇ ਵਿੱਚ ਜਿਹੜੀ ਪੰਥ ਦੀ ਹਾਲਾਤ ਪੰਜਾਬ ਦੀ ਆ, ਦੁਨੀਆ ਭਰ ਦੀ ਤੁਸੀਂ ਦੇਖੀ, ਕਿ ਅਕਾਲ ਤਖਤ ਤੇ ਜਦੋਂ ਬੈਠਦੇ ਆ, ਤੁਹਾਨੂੰ ਇੱਕ ਗੱਲ ਤਾਂ ਸਾਡੇ ਕੋਲ ਤਾਂ ਥੋੜ੍ਹੀ ਗੱਲ ਪਹੁੰਚਦੀ ਹੁੰਦੀ ਆ, ਉੱਥੇ ਤੁਹਾਨੂੰ ਹਰ ਕਿਸੇ ਨੇ ਗੱਲ ਪਹੁੰਚਾਉਣੀ ਆ, ਹਰ ਕਿਸੇ ਨੇ ਗੱਲ ਪਹੁੰਚਾਉਣੀ। ਅਤੇ ਮੈਨੂੰ ਇੱਦਾਂ ਲੱਗਦਾ, ਮੈਂ ਤੁਹਾਡਾ ਆਪਾਂ ਸ਼ਾਇਦ ਤੁਹਾਨੂੰ ਯਾਦ ਹੋਵੇ, ਆਪਾਂ ਗੁਰਦੁਆਰਾ ਨਨਕਾਣਾ ਸਾਹਿਬ 'ਚ ਮਿਲੇ ਸੀ ਪਿਛਲੇ ਸਾਲ, ਫਰਵਰੀ ਦਾ ਸਮਾਂ ਸੀ ਸ਼ਾਇਦ, ਜੇ ਮੈਂ ਭੁੱਲਦਾ ਨਹੀਂ ਤਾਂ। ਹਾਂਜੀ, ਜਦੋਂ ਮੇਰੇ ਖਿਆਲ ਫਰਵਰੀ 'ਚ ਮਿਲੇ, ਫਰਵਰੀ 'ਚ ਮਿਲੇ ਸੀ। ਉਦੋਂ ਆਪਾਂ ਕੀਤਾ ਸੀਗਾ ਵੀ ਫਰਵਰੀ ਦੇ ਵਿੱਚ ਫੇਰ ਆਵਾਂਗੇ ਇੱਥੇ ਸਾਕਾ ਨਨਕਾਣਾ ਸਾਹਿਬ ਦੀ। ਭਾਰਤ ਸਰਕਾਰ ਨੇ ਨਹੀਂ ਜਾਣ ਦਿੱਤਾ ਸ਼ਤਾਬਦੀ ਮਨਾਉਣ ਲਈ, ਪਰ ਨਹੀਂ ਉਹ ਮਨਾਈ ਨਹੀਂ ਹੋਈ ਕਰੋਨਾ ਕਰਕੇ ਨਾ, ਉਹ ਹੁਣ ਅਗਲੇ ਸਾਲ ਮਨਾ ਹੋਈ, ਮਨਾਈ ਸੀ ਜੀ, ਉਸ ਪੱਧਰ ਤੇ ਨਹੀਂ ਮਨਾ ਹੋਈ। ਪਰ ਨਹੀਂ, ਅਸੀਂ ਪਾਕਿਸਤਾਨ 'ਚ ਵੀ ਮਨਾਈ ਸੀ ਤੇ ਇੰਡੀਆ 'ਚ ਗੁਰਦਾਸਪੁਰ ਮਨਾਈ ਸੀ। ਹਾਂਜੀ, ਪਰ ਪਰਮਾਤਮਾ ਜੋ ਕਰਦਾ ਨਾ, ਵਾਹਿਗੁਰੂ ਚੰਗਾ ਹੀ ਕਰਦਾ ਜੀ। ਹਾਂਜੀ, ਸਾਨੂੰ ਜੱਥੇ ਨੂੰ ਜਾਣ ਨਹੀਂ ਦਿੱਤਾ ਜੀ। ਪਾਕਿਸਤਾਨ ਨੇ ਵੀਜ਼ੇ ਦਿੱਤੇ ਸੀ, ਲੇਕਿਨ ਇਹਨਾਂ ਨੇ, ਇੰਡੀਆ ਗਵਰਨਮੈਂਟ ਨੇ ਜੱਥੇ ਨੂੰ ਅਲਾਉ ਨਹੀਂ ਕੀਤਾ ਜੀ। ਮੈਨੂੰ ਇਕੱਲੇ ਨੂੰ ਕਰਦੇ ਸੀ, ਲੇਕਿਨ ਮੈਂ ਜਾਣਾ ਮੁਨਾਸਬ ਨਹੀਂ ਸਮਝਿਆ ਜੀ। ਜਦੋਂ ਜੱਥਾ ਹੀ ਨਹੀਂ ਜਾ ਰਿਹਾ ਤੇ ਮੈਂ। ਹਾਂਜੀ ਹਾਂਜੀ। ਤੇ ਅਸੀਂ ਇੱਕ ਅਕਾਲ ਤਖਤ ਸਾਹਿਬ ਦੇ ਉੱਤੇ, ਇੱਕ ਤਾਂ ਅਸੀਂ ਗੁਰਦਾਸਪੁਰ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ, ਅਸੀਂ ਇੱਕ ਅਕਾਲ ਤਖਤ ਸਾਹਿਬ ਤੇ ਸਮਾਗਮ ਕੀਤਾ ਜੀ ਰਾਤ ਨੂੰ। ਠੀਕ। ਤੇ ਉਸ ਸਮਾਗਮ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ ਤੇ ਹਜੂਰ ਸਾਹਿਬ ਬੋਰਡ, ਪਟਨਾ ਸਾਹਿਬ ਬੋਰਡ ਤੇ ਜਿੰਨੀਆਂ ਸੰਪਰਦਾਵਾਂ ਸਾਰਿਆਂ ਨੂੰ ਇੱਕ ਪੰਜ ਸਿੰਘ ਸਭਾ ਵੱਲੋਂ ਆਦੇਸ਼ ਜਾਰੀ ਕੀਤਾ ਕਿ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ ਕਰੋ ਜੀ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, 700 ਸਮਾਗਮ ਹੋਇਆ ਜੀ। ਇੱਕ ਮਹੀਨੇ ਦੇ ਵਿੱਚ 700 ਸਮਾਗਮ ਹਾਂਜੀ ਅਸੀਂ ਕਰਤਾ ਜੀ। ਤੇ ਕਿੱਥੇ ਜੇ ਅਸੀਂ ਚਲੇ ਜਾਂਦੇ ਤੇ ਨਨਕਾਣਾ ਸਾਹਿਬ ਕਰਨਾ ਸੀ। ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਵੀ ਐਲਾਨ ਕੀਤਾ ਸੀ ਕਿ ਅਸੀਂ, ਕਿਉਂਕਿ ਇਸ ਸਾਲ ਉਸ ਪੱਧਰ ਤੇ ਨਹੀਂ ਹੋ ਸਕਿਆ, ਜਿਸ ਪੱਧਰ ਤੇ ਮਾਹੌਲ ਠੀਕ ਰੱਖਿਆ ਬਣਾਉਣਾ ਸੀ, ਉਹ 22 ਚ ਬਣਾਵਾਂਗੇ। ਵਾਹਿਗੁਰੂ ਨੇ ਰੱਖਿਆ, 2022 ਚ ਹੋਏਗਾ ਫਰਵਰੀ ਚ, ਹੋਰ ਕੋਸ਼ਿਸ਼ ਉਹਨਾਂ ਨੇ ਐਲਾਨ ਕੀਤਾ ਹੈਗਾ। ਮੈਂ ਜਿਹੜੀ ਗੱਲ ਕਹਿ ਰਿਹਾ ਸੀ ਉਸ ਨਾਲ ਜੋੜ ਕੇ ਵੀ, ਉਦੋਂ ਆਪਾਂ ਮਿਲੇ, ਮੈਨੂੰ ਤੁਹਾਡੇ ਨੇੜੇ ਉਦੋਂ ਬੈਠਣ ਦਾ ਮੌਕਾ ਮਿਲਿਆ ਤੇ ਤੁਹਾਡਾ ਫੋਨ ਇੰਨਾ ਬਿਜੀ ਸੀ, ਸਾਰੇ ਬੰਨਿਓ ਦੁਨੀਆ ਭਰ ਦੀਆਂ ਖਬਰਾਂ ਆ ਰਹੀਆਂ, ਆ ਰਿਹਾ ਸਾਰਾ ਕੁਛ ਆ ਰਿਹਾ ਹੈਗਾ, ਜਿੱਥੇ ਜਿੱਥੇ ਸਿੱਖ ਬੈਠਾ ਉੱਥੇ ਸੀ, ਜਿੱਥੇ ਚਿੰਤਾ ਬਣਿਆ ਉਹ ਗੱਲ ਕਰ ਰਿਹਾ ਹੈਗਾ। ਸੋ ਮੈਂ ਕਹਿ ਰਿਹਾ ਤੁਹਾਡੇ ਕੋਲ ਤਾਂ ਹਰ ਗੱਲ ਪਹੁੰਚਦੀ ਆ ਦੁਨੀਆ ਭਰ ਦੀ। ਸੋ ਤੁਸੀਂ ਦਸ਼ਾ ਬਾਰੇ ਵੀ ਜਾਣਦੇ ਆ ਅਕਾਲ ਤਖਤ ਸਾਹਿਬ ਤੇ ਬੈਠ ਕੇ, ਔਰ ਜਦੋਂ ਦਸ਼ਾ ਬਾਰੇ ਜਾਣਦੇ ਹੋ ਜੀ, ਉਦੋਂ ਦਿਸ਼ਾ ਥੋੜ੍ਹੀ ਜਿਹੀ ਹੋ ਜਾਂਦੀ ਹੁੰਦੀ ਵੀ ਆਹ ਦਿਸ਼ਾ ਦਿੱਤੀ ਜਾ ਸਕਦੀ ਆ। ਆਪਣੇ ਵੱਲੋਂ ਤੁਸੀਂ ਸਿੱਖ ਚਿੰਤਕਾਂ ਨੂੰ, ਸਿੱਖ ਸੰਸਥਾਵਾਂ ਨੂੰ, ਦੁਨੀਆ ਭਰ 'ਚ ਜਿਹੜਾ ਸਿੱਖ ਬੈਠਾ ਉਹਨੂੰ ਕੀ ਦਿਸ਼ਾ ਦੇਣੀ ਚਾਹੋਗੇ ਵੀ ਸਿੱਖਾ ਕਰਨ, ਜਿਹਦੇ ਨਾਲ ਕੌਮ ਦਾ ਭਵਿੱਖ ਬਿਹਤਰ ਹੋਵੇ? ਨਾ ਜੀ, ਸਭ ਤੋਂ ਵੱਡੀ ਗੱਲ ਦੇਖੋ, ਸਾਨੂੰ ਵੀ ਡਿਪਲੋਮੈਟਿਕ ਹੋਣਾ ਪਊਗਾ ਜੀ ਕੌਮੀ ਤੌਰ ਤੇ। ਜੀ ਹਾਂ। ਤੇ ਸਭ ਤੋਂ ਵੱਡੀ ਗੱਲ ਤਾਂ ਮੈਂ ਇਹੋ ਹੀ ਕਹਿਣੀ ਚਾਹਾਂਗਾ ਸਾਰੇ ਸਿੱਖਾਂ ਨੂੰ ਵੀ ਘੱਟੋ ਘੱਟ ਅਸੀਂ ਆਪਣੇ ਜਿਹੜੇ ਨਿੱਕੇ ਨਿੱਕੇ ਮਤਭੇਦ ਹੈ ਇਹਨਾਂ ਨੂੰ ਪਾਸੇ ਰੱਖ ਕੇ ਇਕੱਠੇ ਹੋਈਏ ਜੀ। ਮੈਨੂੰ ਜਿਹੜਾ ਐਕਸਪੀਰੀਅੰਸ ਹੋਇਆ ਇਸ ਸੇਵਾ ਦੇ ਦੌਰਾਨ, ਹਾਂਜੀ, ਤੇ ਉਸ ਐਕਸਪੀਰੀਅੰਸ ਦੇ ਆਧਾਰ ਦੇ ਉੱਤੇ ਮੈਂ ਇਹ ਕਹਿਣਾ ਕਿ ਜਿੰਨੇ ਵੀ ਗੁਰਦੁਆਰੇ ਹੈ, ਜਿੰਨੇ ਵੀ ਸਾਡੇ ਜਥੇਬੰਦੀਆਂ, ਕਮੇਟੀਆਂ, ਸਭਾਵਾਂ, ਸਾਰੀਆਂ ਬਹੁਤ ਘੱਟ ਐਸੀਆਂ ਜਿਹੜੀਆਂ ਲੜਾਈ ਝਗੜੇ ਤੋਂ ਬਚੀਆਂ ਹੋਈਆਂ ਜੀ। ਜ਼ਿਆਦਾਤਰ ਲੜਾਈ ਝਗੜਿਆਂ, ਕਲੇਸ਼ਾਂ ਦਾ, ਮੁਕੱਦਮਿਆਂ ਦਾ ਸ਼ਿਕਾਰ ਹੈ ਜੀ। ਛੋਟੇ ਛੋਟੇ ਇਸ਼ੂਜ਼ ਨੂੰ ਲੈ ਕੇ ਮੁਕੱਦਮੇਬਾਜ਼ੀ ਜੀ, ਪੈਸਾ ਖਰਚ ਹੋ ਰਿਹਾ ਹੈ, ਡਾਲਰ ਪਾਉਂਡ ਖਰਚ ਹੋ ਰਿਹਾ ਹੈ ਜੀ। ਇਹ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜੀ? ਅਸੀਂ ਕੀ ਸੇਧ ਦਿਆਂਗੇ ਜੀ? ਹਰ ਗੱਲ ਨੂੰ, ਛੋਟੀ ਜਿਹੀ ਨੂੰ ਲੈ ਕੇ ਚੱਲ ਕੋਰਟ ਦੇ ਵਿੱਚ, ਹਰ ਛੋਟੀ ਜਿਹੀ ਗੱਲ ਨੂੰ ਲੈ ਕੇ ਇੱਕ ਧੜਾ ਦੂਜੇ ਧੜੇ ਦੇ ਖਿਲਾਫ, ਦੂਜਾ ਧੜਾ ਪਹਿਲੇ ਧੜੇ ਦੇ ਖਿਲਾਫ ਅਦਾਲਤਾਂ ਵੱਲ ਰੁਖ ਕਰ ਰਹੇ ਜੀ। ਤੇ ਇਸ ਚੀਜ਼ ਤੋਂ ਬਚਣ ਵਾਸਤੇ ਸਾਡੇ ਜਿਹੜੇ ਦਾਨੇ ਸਿੱਖ ਨੇ ਜੀ,
ਇਹੋ ਅਪੀਲ ਕਰਨੀ ਚਾਹੁੰਦਾ ਜਿਹੜੇ ਸਾਡੇ ਦਾਨੇ ਸਿੱਖ ਹੈ, ਜਿਹੜੇ ਸਾਡੇ ਸਿਆਣੇ ਸਮਝਦਾਰ ਸਿੱਖ ਹੈ, ਉਹਨਾਂ ਨੂੰ ਆਪਣੇ ਆਪਣੇ ਲੋਕਲ ਪੱਧਰ ਦੇ ਉੱਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਇਕੱਠੇ ਬਿਠਾ ਕੇ ਜਿਹੜੇ ਇਸ਼ੂਜ਼ ਹੈ ਇਹਨਾਂ ਦਾ ਮਸਲਿਆਂ ਦਾ ਹੱਲ ਕਰਨ। ਜਿਹੜੇ ਸਥਾਨਕ ਇਸ਼ੂ ਹੈ ਇਹ ਹੱਲ ਕਰਕੇ ਇਕੱਠੇ ਹੋ ਜਾਣ। ਜਦੋਂ ਸਥਾਨਕ ਇਸ਼ੂਜ਼ ਹੱਲ ਕਰਕੇ ਸਾਰੇ ਇਕੱਠੇ ਹੋ ਗਏ ਨਾ ਜੀ, ਹਾਂਜੀ, ਫਿਰ ਅਸੀਂ ਫਿਰ ਕੌਮੀ ਪੱਧਰ ਤੇ ਹੋ ਜਾਣਗੇ, ਵੱਡੇ ਪੱਧਰ ਤੇ ਵੀ ਇੱਕ ਹੋ ਠੀਕ ਹੈ ਗੱਲ। ਕਿਉਂਕਿ ਕਹਿੰਦੇ ਹੁੰਦੇ ਚੈਰਿਟੀ ਘਰ ਤੋਂ ਬਿਗਨ ਕਰਨੀ ਪੈਂਦੀ ਹੈ, ਆਪਣੇ ਆਪ ਤੋਂ ਕਰਨੀ ਪੈਂਦੀ ਹੈ। ਜਿੱਥੇ ਅਸੀਂ ਬੈਠੇ ਉੱਥੇ ਠੀਕ ਕਰੀਏ, ਕੌਮੀ ਤੌਰ ਤੇ ਠੀਕ ਹੋ ਜਾਏ। ਜਿਹੜੀ ਗੱਲ ਠੀਕ ਹੋਵਾਂਗੇ, ਜਿਹੜੀ ਗੱਲ ਤੁਸੀਂ ਡਿਪਲੋਮੈਸੀ ਕਹੀ ਨਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਵਚਨ ਹੈ, ਜਦੋਂ ਸ਼ਿਕਾਰ ਖੇਡਣ ਲਈ ਸਿੱਖਾਂ ਨੂੰ ਕਹਿੰਦੇ ਆ ਨਾ, ਸ਼ਿਕਾਰ ਸਿਖਾਉਂਦੇ ਆ, ਤੇ ਉਹਦੇ 'ਚ ਇੱਕ ਵਚਨ ਮੈਂ ਪੜ੍ਹ ਰਿਹਾ ਸੀਗਾ ਗੁਰਬਲਾਸ ਪਾਤਸ਼ਾਹ 6ਵੀਂ ਨਾਲ ਜੋੜ ਕੇ, ਕਿ ਸਤਿਗੁਰੂ ਕਹਿੰਦੇ ਸ਼ਹਿ ਲਾ ਕੇ ਬੈਠਣਾ ਸਿੱਖੋ। ਜੇ ਤੁਸੀਂ ਸ਼ਹਿ ਲਾ ਕੇ ਬੈਠਣਾ ਨਹੀਂ ਸਿੱਖਦੇ, ਤੁਸੀਂ ਸ਼ਿਕਾਰ ਨਹੀਂ ਕਰ ਸਕਦੇ। ਸ਼ੇਰ ਨਾਲ ਵੱਡਾ ਤਾਕਤਵਰ ਜਾਨਵਰ ਕੋਈ ਨਹੀਂ, ਪਰ ਉਹਨੇ ਮਿਰਗ ਵੀ, ਹਿਰਨ ਵੀ ਮਾਰਨਾ ਹੁੰਦਾ, ਤਾਂ ਵੀ ਸ਼ਹਿ ਲਾ ਕੇ ਬੈਠਦਾ। ਤੇ ਇਹ ਜਿਹੜੀ ਸ਼ਹਿ ਲਾ ਕੇ ਬੈਠਣ ਵਾਲੀ ਗੱਲ ਆ, ਸਮਾਂ ਉਡੀਕਣ ਲਈ, ਸਮਾਂ ਤੁਹਾਡੇ ਮਾਹੌਲ 'ਚ ਆਵੇ, ਉਹਨੂੰ ਸਮੇਂ ਨੂੰ ਮਾਹੌਲ 'ਚ ਆਪਣੇ ਹੱਕ 'ਚ ਬਣਾਉਣ ਦੇ ਲਈ, ਇਹ ਜਿਹੜਾ ਇਹਨੂੰ ਰਾਜੀ ਦੇ ਸ਼ਬਦਾਂ 'ਚ ਡਿਪਲੋਮੇਸੀ ਕਹਿੰਦੇ ਕਿ ਦੇਖੋ ਵੱਖਰੀ ਗੱਲ ਹੈ। ਤੁਸੀਂ ਦੇਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖੁਦ ਹਾਂਜੀ ਜਹਾਂਗੀਰ ਦੇ ਨਾਲ ਗਏ ਜੀ, ਆਗਰੇ ਤੱਕ ਗਏ ਜੀ। ਅਸੀਂ ਸਾਰਾ ਪੜ੍ਹਦੇ ਹਾਂ ਨਾ ਜੀ, ਹਾਂਜੀ। ਜਿਹੜਾ ਕਥਾ ਸੁਣਦੇ ਹਾਂ ਕਿ ਉਹ ਕਾਹੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਸੀ। ਕੁਛ ਇਤਿਹਾਸਕਾਰ ਕਹਿੰਦੇ ਲਾਹੌਰ ਤੱਕ ਆਏ ਸਤਿਗੁਰੂ ਨਾਲ। ਹਾਂਜੀ ਹਾਂਜੀ। ਤੇ ਗੁਰੂ ਜਹਾਂਗੀਰ ਦੇ ਹੁਕਮ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਸੀਂ ਕਹਿੰਦੇ ਹੋਈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੇ ਨਾਲ ਵੀ ਮਤਲਬ ਵਿਚਰਦੇ ਨੇ। ਜੀ, ਡਿਪਲੋਮੈਸੀ ਸੀ, ਇਹ ਰਾਜਨੀਤੀ ਸੀ ਨਾ। ਬਿਲਕੁਲ, ਜਿਹੜੀ ਸਤਿਗੁਰੂ ਨੇ ਸ਼ਹਿ ਗੱਲ ਨਾਲੇ, ਪਰ ਸਤਿਗੁਰੂ ਨੇ ਤਾਂ ਦੇਖੋ ਜੀ ਦੁਨੀਆ ਭਰ ਦੇ ਇਤਿਹਾਸ 'ਚ ਅੱਜ ਤੱਕ ਕਦੀ ਇੱਦਾਂ ਨਹੀਂ ਹੋਇਆ ਕਿ ਕੋਈ ਬਾਦਸ਼ਾਹ ਆਪਣੇ ਕਿਸੇ ਅਹਿਲਕਾਰ ਨੂੰ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਖੋ, ਨਹੀਂ ਉਹ ਬਹਾਦਰ ਸ਼ਾਹ ਦੇ ਨਾਲ ਨਹੀਂ ਵਿਚਰੇ। ਬਿਲਕੁਲ ਨਹੀਂ, ਕੋਈ ਮੈਂ ਕਿਹਾ ਦੁਨੀਆ ਦੇ ਇਤਿਹਾਸ ਇੱਦਾਂ ਨਹੀਂ ਹੋਇਆ ਅੱਜ ਤਾਈਂ ਵੀ ਕੋਈ ਬਾਦਸ਼ਾਹ ਆਪਣੇ ਕਿਸੇ ਅਹਿਲਕਾਰ ਨੂੰ ਆਪਣੇ ਜਿਹਨੂੰ ਪਹਿਲਾਂ ਬਾਗੀ ਸਮਝਦਾ ਹੋਵੇ ਉਹਦੇ ਹਵਾਲੇ ਕਰ ਦੇਵੇ ਵੀ ਲੈ ਤੂੰ ਜਿਹੜੀ ਮਰਜ਼ੀ ਸਜ਼ਾ ਦੇ ਲਾ। ਚੰਦੂ ਹਵਾਲੇ ਕੀਤਾ ਸਤਿਗੁਰੂ ਨੇ। ਬਿਲਕੁਲ, ਤੇ ਇਹ ਵੀ ਇੱਕ ਫਿਰ ਕੂਟਨੀਤੀ ਸੀ ਨਾ ਜੀ। ਹਾਂਜੀ। ਤੇ ਹੁਣ ਅਸੀਂ ਮਤਲਬ ਜੇ ਗੱਲਬਾਤ ਵੀ ਤਾਂ ਛੱਡੋ, ਕਿਤੇ ਸਹਿ ਸੁਭਾਅ ਕਿਤੇ ਸਮਾਗਮ 'ਚ ਕਿਸੇ ਲੀਡਰ ਨਾਲ ਫੋਟੋ ਆ ਗਈ ਤੇ ਉਹ ਭਗਵੇਂ ਕੱਪੜਿਆਂ ਨਾਲ ਹੀ ਆ ਗਏ, ਕਹਿੰਦੇ ਤਾਂ RSS ਦਾ ਜੀ। ਬਿਲਕੁਲ ਇਹ ਚੱਲ ਰਿਹਾ ਹੈਗਾ, ਸਾਰਾ ਕੁਝ ਚੱਲ ਰਿਹਾ ਹੈਗਾ ਆ। ਮੇਰਾ ਖਿਆਲ ਕੋਈ ਗੱਲ ਜਿਹੜੀ ਤੁਸੀਂ ਸਮਝਦੇ ਹੋ ਵੀ ਜ਼ਰੂਰੀ ਬਹੁਤ ਕਹਿਣੀ, ਉਹ ਕਹਿ ਸਕਦੇ ਹੋ। ਬਸ ਇਹੋ ਹੀ ਹੈ ਜੀ ਕਿ ਇਹ ਜਿਹੜੇ ਛੋਟੇ ਛੋਟੇ ਮਸਲੇ ਹੈ ਨਾ ਜੀ, ਛੋਟੇ ਛੋਟੇ ਮਤਭੇਦ ਹੈਗੇ, ਇਹਨਾਂ ਨੂੰ ਘਟਾਉਣ ਦਾ ਯਤਨ ਕਰੀਏ, ਇਹਨਾਂ ਨੂੰ ਵਧਾਉਣ ਦਾ ਯਤਨ ਨਾ ਕਰੀਏ ਜੀ। ਠੀਕ ਹੈ, ਠੀਕ। ਜਿਹੜੀ ਨਿੱਜ ਪ੍ਰਸਤੀ ਹੈ ਨਾ ਜੀ, ਇਹਦੇ ਤੋਂ ਥੋੜ੍ਹਾ ਉੱਪਰ ਉੱਠੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲ ਕੀਤੀ, ਮੈਂ ਲਾਸਟ ਗੱਲ ਤੁਹਾਡੇ ਨਾਲ ਕਹਿੰਦਾ। ਹਾਂਜੀ। ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਇੱਕ ਹੁੰਦੀ ਹੈ ਕੁੱਤਾ ਬਿਰਤੀ, ਇੱਕ ਹੁੰਦੀ ਹੈ ਸ਼ੇਰ ਬਿਰਤੀ ਜੀ। ਕੁੱਤਾ ਬਿਰਤੀ ਹੁੰਦੀ ਹੈ ਕਿ ਜਦੋਂ ਕੋਈ ਕੁੱਤੇ ਵੱਲ ਡਾਂਗ ਮਾਰਦਾ ਜਾਂ ਪੱਥਰ ਮਾਰਦਾ ਨਾ, ਤਾਂ ਕੁੱਤਾ ਡਾਂਗ ਨੂੰ ਜਾਂ ਪੱਥਰ ਨੂੰ ਫੜਨ ਦਾ ਯਤਨ ਕਰਦਾ, ਉਹ ਮਾਰਨ ਵਾਲੇ ਨੂੰ ਨਹੀਂ ਦੇਖਦਾ ਜੀ। ਸ਼ੇਰ ਬਿਰਤੀ ਹੁੰਦੀ ਹੈ ਸ਼ੇਰ ਵੱਲ, ਜਦੋਂ ਕੋਈ ਪੱਥਰ ਮਾਰਦਾ ਜਾਂ ਡਾਂਗ ਮਾਰਦਾ ਨਾ, ਤੇ ਸ਼ੇਰ ਪੱਥਰ ਜਾਂ ਡਾਂਗ ਵੱਲ ਨਹੀਂ ਦੇਖਦਾ, ਉਹ ਮਾਰਨ ਵਾਲੇ ਵੱਲ ਵੇਖਦਾ ਜੀ। ਤੇ ਮਹਾਰਾਜ ਨੇ ਕਿਹਾ ਕਿ ਸ਼ੇਰ ਬਿਰਤੀ ਧਾਰਨੀ ਹੈ ਜੀ। ਬਿਲਕੁਲ। ਅੱਜ ਸਾਨੂੰ ਡਾਂਗ ਦਿਖਦੀ ਹੈ, ਡਾਂਗ ਮਾਰਨ ਵਾਲਾ ਜਿਹੜਾ ਹੈਗਾ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਜੀ। ਬਿਲਕੁਲ, ਜਾਂ ਅਸੀਂ ਅੱਖਾਂ ਮੀਚੀਆਂ ਹੋਈਆਂ ਨੇ ਜੀ। ਸੋ ਦੂਰ ਦ੍ਰਿਸ਼ਟੀ, ਇਹਨੂੰ ਹੀ ਸਤਿਗੁਰੂ ਨੇ ਕਿਹਾ ਵੀ ਦੇ ਲੰਮੀ ਨਜ਼ਰ ਨਿਹਾਲੀਏ, ਲੰਮੀ ਨਜ਼ਰ ਦੇ ਨਾਲ, ਦੂਰ ਦ੍ਰਿਸ਼ਟੀ ਨਾਲ ਆਪਾਂ ਇਹ ਦੇਖੀਏ ਸਾਡਾ ਦੁਸ਼ਮਣ ਕੌਣ ਆ ਅਤੇ ਉਹਦੇ ਕੋਲੋਂ ਕਿੱਦਾਂ ਅਸੀਂ ਆਪਣੀ ਕੌਮ ਦੇ ਹਿੱਤ ਬਚਾਉਣੇ ਆ। ਮੈਂ ਸੰਗਤ ਟੈਲੀਵਿਜ਼ਨ ਦੇ ਜਿੰਨੇ ਵੀ ਦਰਸ਼ਕ ਉਹਨਾਂ ਨਾਲ ਇੱਕ ਗੱਲ ਕਰਦਾ, ਸਿੰਘ ਸਾਹਿਬ ਨਾਲ ਆਪਾਂ ਗੱਲ ਕਰ ਰਹੇ ਹਾਂ, ਔਰ ਸਿੰਘ ਸਾਹਿਬ ਕੁਛ ਦਿਨ ਲਈ ਇੰਗਲੈਂਡ ਦੀ ਧਰਤੀ ਦੇ ਉੱਤੇ ਹੈਗੇ ਆ। ਕੋਸ਼ਿਸ਼ ਕਰਾਂਗੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਦਾਰਸ਼ਨਿਕ ਟੌਪਿਕ ਆਏ ਆ, ਬੇਸ਼ੱਕ ਉਹ ਅਕਾਲ ਪੁਰਖ ਦੇ ਬਾਰੇ ਆ, ਬੇਸ਼ੱਕ ਉਹ ਮੌਤ ਦੇ ਬਾਰੇ ਆ, ਬੇਸ਼ੱਕ ਉਹ ਕਿਸੇ ਵੀ ਫਲਸਫੇ ਦੀ ਜਿਹੜੀ ਗੱਲ ਆ, ਉਹ ਸਿੰਘ ਸਾਹਿਬ ਕਿਉਂਕਿ ਆਪ ਉਸ ਫਲਸਫੇ ਦੇ ਵਿੱਚੋਂ ਦੀ ਵਿਚਰ ਰਹੇ ਆ, ਆਪ ਪੜ੍ਹਿਆ ਤਾਂ ਹੈ ਹੀ ਆ ਪਰ ਵਿਚਰ ਵੀ ਰਹੇ ਆ। ਬੇਨਤੀ ਕਰਕੇ ਦੇਖਾਂਗੇ ਅਗਲੇ ਕੁਛ ਦਿਨਾਂ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕੇ। ਸਿੰਘ ਸਾਹਿਬ ਜੀ ਤੁਹਾਡੇ ਆਗੇ ਦੇ ਨਾਲ ਇਹ ਕੋਸ਼ਿਸ਼ ਕਰਾਂਗੇ। ਹਾਂਜੀ, ਸਤਿਗੁਰੂ ਕਿਰਪਾ ਕਰੇ, ਸਤਿਗੁਰੂ ਰਹਿਮਤਾਂ ਕਰੇ। ਇੱਕ ਵਾਰ ਖਿਮਾ ਜਾਚਨਾ ਜੀ, ਫਿਰ ਦੁਬਾਰਾ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।